कि ਆਪਾਂ ਸਾਰੇ ਮਿਲ ਕੇ ਇਹ ਜਿਹੜਾ ਇਹ ਯੂਕਰੇਨ ਜਿਹੜੇ रूस जो लड़ाई हो रही है ਇਹਦੇ ਬਾਰੇ कोशिश करांगे कि आप सच पहला आप समझिए फिर लोगों को दसीए, क्योंकि एक बहुत बड़ा लड़ाई का जो हिस्सा हैगा अज वो इनफॉर्मेशन वार हो रही है कि जोड़े सानू पता है कि जो मीडिया का जो कंट्रोल है वो पश्चिमी देशों का है, तो सारे दे सारे जी है एक पासड़ जी है वन साइडिड स्टोरी दसी जा रही है, वो मतलब रूस के विरुद्ध और यूक्रेन के हक च जो सारा प्रापेगंडा हो रहा। तो ਆਪਾਂ ਜਿਹੜਾ ਮੁੱਖ ਤੌਰ ਤੇ ਮੇਰਾ ਇੱਥੇ ਆਉਣ ਦਾ ਜਿਹੜਾ ਸੀਗਾ ਦੋ ਮੰਤਵ ਸੀਗੇ। ਇੱਕ ਤਾਂ ਕਿ ਇਸ ਦਾ ਜਿਹੜਾ ਪੂਰਾ ਸੱਚ ਜਿਹੜਾ ਆਪਾਂ ਜਾਣ ਸਕੀਏ, ਦੂਸਰਾ ਹੈਗਾ ਕਿ ਵੀ ਇਹਦੇ ਲੜਾਈ ਦੇ ਵਿੱਚ ਭਾਰਤ ਦੀ ਕੀ ਭੂਮਿਕਾ ਹੋ ਸਕਦੀ ਹੈ। ਤਾਂ ਇਹ ਦੋ ਚੀਜ਼ਾਂ ਤੇ ਮੈਂ ਜਿਹੜੀ ਆਪਣੇ ਗੱਲਬਾਤ ਜਿਹੜੀ ਫੋਕਸ ਕਰਨ ਦਾ ਯਤਨ ਕਰਾਂ। ਤਾਂ ਪਹਿਲੀ ਚੀਜ਼ ਹੈ ਕਿ ਯੂਕਰੇਨ ਦੀ ਜਿਹੜੀ ਸਾਨੂੰ ਜਿਹੜਾ ਇੱਕ ਬਰੀਫ ਹਿਸਟਰੀ ਜਾਂ ਸੰਖੇਪ ਇਤਿਹਾਸ ਜਾਣਨ ਦੀ ਲੋੜ ਹੈ कि ਜਿਹੜਾ ਅੱਜ ਦਾ ਜਿਹੜਾ ਯੂਕਰੇਨ ਦਾ ਇਲਾਕਾ ਹੈਗਾ ਇੱਥੇ ਲਗਾਤਾਰ 35,000 ਸਾਲ ਤੋਂ ਲੋਕ ਵਸ ਰਹੇ ਆ, ਲੇਕਿਨ ਕਦੀ ਵੀ ਯੂਕਰੇਨ ਨਾਂ ਦਾ ਕੋਈ ਦੇਸ਼ ਨਹੀਂ ਸੀਗਾ। ਇਹ ਬਹੁਤ ਸਾਰੀਆਂ ਇੱਥੇ ਸਭਿਅਤਾਵਾਂ ਆਈਆਂ, ਬਹੁਤ ਸਾਰੀਆਂ ਜਿਹੜੇ ਰਾਜ ਜਾਂ ਹਕੂਮਤਾਂ ਦਾ ਹਿੱਸਾ ਰਿਹਾ ਹੈਗਾ। ਉਦਾਹਰਨ ਦੇ ਤੌਰ ਤੇ ਕਿ 13ਵੀਂ ਸਦੀ 'ਚ ਮੰਗੋਲਾਂ ਨੇ ਇਲਾਕਾ ਜਿੱਤ ਲਿਆ ਸੀ, तो उस तो बाद फिर जो पोलैंड एक बड़ा वड्डा राज से यूरोप वह हिस्सा रहा, आस्ट्रिया हंगरी एक जी अंपायर रही है यूरोप की वह हिस्सा रहा, फिर जी तुर्की की जी ऑटोमन अंपायर जी है वह हिस्सा रहा, फिर जो जार जो रूस के उन्होंने इलाका जो जित लिया, तो उदों तो ये रूस का हिस्सा बन गया। लेकिन कभी भी जिस तरह मैं कहा कि यूक्रेन कभी एक देश नहीं सी। हुण यूक्रेन देश किने बनाया? यूक्रेन देश 1917 ਦੇ ਵਿੱਚ ਜਿਹੜਾ ਹੈ ਲੈਨਨ ਨੇ ਬਣਾਇਆ, रूस ने बनाया। और ਜਿਹੜਾ ਆਪਾਂ ਕ੍ਰੀਮੀਆ ਦੀ ਗੱਲ ਹੋਈ ਹੈ 2014 ਚ ਕਹਿੰਦੇ ਕ੍ਰੀਮੀਆ ਜੀ रूस ने ਲੈ ਲਿਆ। 1954 ਦੇ ਵਿੱਚ ਕ੍ਰੁਸ਼ਚੋਵ ਨੇ ਆਪ ਜਿਹੜਾ ਹੈਗਾ ਕ੍ਰੀਮੀਆ ਨੂੰ ਮਤਲਬ रूस ਇਹਦਾ ਯੂਕਰੇਨ ਦਾ ਹਿੱਸਾ ਬਣਾਇਆ। तो ये हमेशा जोड़ा है 1922 ਦੇ ਵਿੱਚ 1917 ਦੇ ਵਿੱਚ ਜਿਹੜਾ ਯੂਕਰੇਨ ਦੇਸ਼ ਦੁਨੀਆ 'ਚ ਹੋਣ ਚਾਹੁੰਦਾ ਹੈਗਾ, ਜਿਹੜਾ ਉਹ ਲੈਨਨ ਨੇ ਜਿਹੜਾ रूस ਨੇ ਬਣਾਇਆ, ਤੇ 1922 ਦੇ ਵਿੱਚ ਸੋਵੀਅਤ ਯੂਨੀਅਨ ਦਾ ਹਿੱਸਾ ਬਣ ਗਿਆ। 1991 ਦੇ ਵਿੱਚ ਜਿਹੜਾ ਹੈ ਇਹ ਜਦੋਂ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਇਹ ਇੱਕ ਇੰਡੀਪੈਂਡੈਂਟ ਜਿਹੜਾ ਕੰਟਰੀ ਬਣਦਾ ਹੈ। ਹੁਣ ਗੱਲ ਇਹ ਹੈਗੀ ਕਿ 1991 ਦੇ ਵਿੱਚ ਜਿਹੜਾ ਹੈ ਇਹ ਨਾਟੋ ਨੇ ਜਾਂ ਪੱਛਮੀ ਦੇਸ਼ਾਂ ਨੇ रूस ਨੂੰ ਉਸ ਵੇਲੇ ਸੋਵੀਅਤ ਯੂਨੀਅਨ ਨੂੰ ਭਰੋਸਾ ਦਿਵਾਇਆ ਸੀ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਕਿ ਅਸੀਂ ਕਦੇ ਵੀ ਜਿਹੜੇ ਵੀ ਦੇਸ਼ ਸੋਵੀਅਤ ਯੂਨੀਅਨ ਤੋਂ ਟੁੱਟਣਗੇ ਉਹਨਾਂ ਨੂੰ ਨਾਟੋ ਦਾ ਮੈਂਬਰ ਨਹੀਂ ਬਣਾਵਾਂਗੇ। ਉਹ ਕਹਿੰਦੇ ਦੇਖੋ ਨਾਟੋ ਤਾਂ ਅਸੀਂ ਸੋਵੀਅਤ ਯੂਨੀਅਨ ਦੇ ਅਗੇਂਸਟ ਬਣਾਇਆ ਸੀ, ਜਦ ਹੁਣ ਸੋਵੀਅਤ ਯੂਨੀਅਨ ਹੀ ਨਹੀਂ ਰਿਹਾ ਤਾਂ ਫਿਰ ਨਾਟੋ ਦਾ ਤਾਂ ਕੋਈ ਕੰਮ ਹੀ ਨਹੀਂ, ਸਾਨੂੰ ਕੀ ਲੋੜ ਹੈ ਜਿਹੜਾ ਹੋਰ ਇਹਦਾ ਵਿਸਤਾਰ ਕਰਨ ਦੀ। ਲੇਕਿਨ ਇਹਨਾਂ ਨੇ ਬਿਲਕੁਲ ਉਲਟ ਕੀਤਾ ਕਿ ਲਗਾਤਾਰ ਜਿੰਨੇ ਦੇਸ਼ ਸੋਵੀਅਤ ਯੂਨੀਅਨ ਤੋਂ ਟੁੱਟੇ ਸਾਰਿਆਂ ਨੂੰ ਨਾਟੋ ਦਾ ਮੈਂਬਰ ਬਣਾਉਂਦੇ ਗਏ। ਹੁਣ ਜਿਹੜਾ ਯੂਕਰੇਨ ਹੈ ਉਹਦੀ रूस ਨਾਲ ਬਹੁਤ ਵੱਡੀ ਸਾਂਝ ਹੈ। ਇੱਕ ਤਾਂ ਇਹ ਹੈ ਕਿ ਹੁਣ ਜਿਹੜਾ ਯੂਕਰੇਨ ਇੱਕ ਬਹੁਤ ਵੱਡਾ ਦੇਸ਼ ਹੈ ਯੂਰਪ ਦਾ, ਕਿ ਜਿਹੜਾ ਹੈਗਾ ਜੇ ਆਪਾਂ ਏਰੀਆ ਦੇ ਹਿਸਾਬ ਨਾਲ ਲੈਂਦੇ ਹਾਂ ਤਾਂ रूस ਤੋਂ ਬਾਅਦ ਯੂਰਪ ਦਾ ਸਭ ਤੋਂ ਵੱਡਾ ਦੇਸ਼ ਯੂਕਰੇਨ ਹੈ। यूक्रेन का जोड़ा एरिया है तकरीबन 6 ਲੱਖ किलोमीटर स्क्वेयर है। तुसीं उहदा अंदाज़ा लाओ भी कितना वड्डा देश है। पंजाब जोड़ा 50,000 लगभग 50,000 स्क्वेयर किलोमीटर है साडा एरिया, तो साडे नालों 12 गुना पंजाब नालों वड्डा और बहुत वड्डा देश है यूक्रेन। और फिर जोड़ा है एग्रीकल्चर जी यूरोप की सब तो ज़्यादा जोड़ा बेस यूक्रेन है, जिन्होंने आप कहे ब्रैड बास्केट है उतों की। लेकिन ये हमेशा जो सभ्याचारक तौर पर धार्मिक तौर पर ये जिन्हों आप एक सलाविक नस्ल कहने वह हिस्सा है, तो रूस नाल इहदी भी सांझ है कि दोनों मतलब इक्को नस्ल के देश है। फिर इन्हों का धर्म भी इक्को है कि जो इनू कहते ईस्टर्न ऑर्थोडॉक्स क्रिश्चियनिटी, ये दोनों जोड़े ने ईस्टर्न ऑर्थोडॉक्स क्रिश्चियनिटी के सेंटर ने। तो रशिया नाल उन्होंने बहुत वड्डी सांझ है। अच्छा, जिहड़ी
रशियन तकरीबन सारे यूक्रेनियन ਜਿਹੜੇ लोग ने वो रशियन बोलते हैं, रशियन समझते हैं सारे। लेकिन ਜਿਹੜਾ पूर्वी हिस्सा यूक्रेन का वो तो रूसी मूल के लोग वसते हैं। रूस ਦੇ मतलब दो ਵੱਡੀਆਂ ਜੇ ਕਹੀਏ ਨਾ यूक्रेन ਦੀ ਜਿਹੜੀ ਆਬਾਦੀ ਹੈਗੀ ਆ तकरीबन 80% ਜਿਹੜੇ ਨੇ ਉਹ यूक्रेनियन नस्ल ਦੇ ਆ ਤੇ 18% ਦੇ ਕਰੀਬ ਜਿਹੜੇ ਹੈਗੇ ਨੇ ਉਹ रूसी ਨੇ। लेकिन ਜਿਹੜੇ रूस वाले ਜਿਹੜੇ ਲੋਕ ਨੇ रूसी ਬੋਲਦੇ ਉਹ पूर्व ਦੇ ਵਿੱਚ ਨੇ ਜ਼ਿਆਦਾ। ਉਹਨਾਂ ਦਾ ਜਿਹੜਾ ਉਹਨੂੰ ਡੌਨਬਾਸ ਦਾ ਏਰੀਆ ਕਹਿੰਦੇ ਤੇ ਉਹਦੇ ਵਿੱਚ ਵੀ ਅੱਗੋਂ ਦੋ ਇਲਾਕੇ ਨੇ ਜਿਹਨੂੰ ਡੋਨੇਟਸਕ ਤੇ ਲੁਸ਼ਾਂਕ ਕਹਿੰਦੇ ਨੇ, ਉੱਥੇ ਉਹਨਾਂ ਦੀ ਜ਼ਿਆਦਾ ਸੰਘਣੀ ਵਸੋਂ ਹੈਗੀ। ਲੇਕਿਨ ਇਹਨਾਂ ਦੇ ਬਹੁਤ ਜ਼ਿਆਦਾ ਰਿਸ਼ਤੇ ਜਿਹੜੇ ਨੇ ਦੋਸਤਾਨਾ ਰਹੇ ਨੇ, ਮਿੱਤਰਾਨਾ ਰਹੇ ਨੇ ਤੇ ਇਹੀ ਕਹਿੰਦੇ ਵੀ ਅਸੀਂ ਤਾਂ ਇੱਕੋ ਜਿਹੇ ਲੋਕ ਹੈਗੇ ਹਾਂ। ਤੇ ਕਦੇ ਇਹਨਾਂ ਦੀ ਆਪਸ 'ਚ ਕਦੀ ਲੜਾਈ ਨਹੀਂ ਹੋਈ। ਲੇਕਿਨ ਲੜਾਈ ਕਦੋਂ ਸ਼ੁਰੂ ਹੁੰਦੀ ਹੈ? ਇਹ ਲੜਾਈ ਜਿਹੜੀ ਹੈ ਜਿਹੜੇ ਇਹਦੇ ਬੀਜ ਜਿਹੜੇ ਨੇ 2004 ਦੇ ਵਿੱਚ ਜਿਹੜੇ ਬੀਜੇ ਜਾਂਦੇ ਆ ਕਿ ਜਦੋਂ ਇੱਕ ਉਹਨੂੰ ਤੁਸੀਂ ਸੁਣਿਆ ਹੋਵੇਗਾ, ਉਹਨੂੰ ਕਹਿੰਦੇ ਔਰੇਂਜ ਰੈਵੋਲੂਸ਼ਨ ਜਿਹੜਾ ਯੂਕਰੇਨ ਦੇ ਵਿੱਚ ਆਉਂਦਾ 2004 ਦੇ ਵਿੱਚ, ਕਿ ਉਸ ਵੇਲੇ ਵੀ ਜਿਹੜੀ ਸਰਕਾਰ ਹੈਗੀ ਹੈ ਉਹ ਮਤਲਬ रूस नाल दोस्ती चाहती है। यूनाकोविच ਜਿਹੜਾ ਇੱਕ ਬੜਾ ਵੱਡਾ ਲੀਡਰ ਹੈ ਉਹਦੀ ਸਰਕਾਰ ਹੈ। ਲੇਕਿਨ 2004 ਉਹਦੇ ਵਿਰੁੱਧ ਜਿਹੜਾ ਇੱਕ ਮਤਲਬ ਜਿਹੜੀ ਅਮਰੀਕਾ ਦੀ ਜਿਹੜੀ ਖੁਫੀਆ ਏਜੰਸੀ ਹੈ CIA, ਇਹਨਾਂ ਨੇ ਮੁੱਖ ਤੌਰ 'ਤੇ ਜਾ ਕੇ ਉੱਥੇ ਉਹਦੇ ਵਿਰੁੱਧ ਇੱਕ ਜਿਹੜਾ ਇਹ ਸ਼ੁਰੂ ਕਰਤੀ ਮੁਹਿੰਮ ਜਿਹਨੂੰ ਆਪਾਂ ਔਰੇਂਜ ਰੈਵੋਲੂਸ਼ਨ ਕਹਿੰਦੇ। ਅਤੇ ਉਹਦੇ ਵਿੱਚ ਉਹਦਾ ਜਿਹੜਾ ਹੈਗਾ ਉਸ ਤੋਂ ਬਾਅਦ ਫਿਰ ਜਿਹੜੀਆਂ ਅਮਰੀਕਾ ਪੱਖੀ ਜਿਹੜੀਆਂ ਸਰਕਾਰਾਂ ਹੋਣ ਚਾਹੀਦੀਆਂ। ਲੇਕਿਨ 2010 ਦੇ ਵਿੱਚ ਫਿਰ ਜਿਹੜਾ ਹੈਗਾ ਇੱਕ ਇਲੈਕਸ਼ਨ ਹੁੰਦੀ ਹੈ ਜਿਹਦੇ ਵਿੱਚ ਦੁਬਾਰਾ ਜਿਹੜਾ ਹੈਗਾ ਯੂਨਾਕੋਵਿਚ ਜਿਹੜਾ ਰੂਸ ਨਾਲ ਮਿੱਤਰਤਾ ਚਾਹੁੰਦਾ ਉਹ ਜਿੱਤ ਜਾਂਦਾ, ਫਿਰ ਉਹਦੀ ਸਰਕਾਰ ਬਣ ਜਾਂਦੀ ਹੈ। ਤਾਂ ਉਹਦੇ ਖਿਲਾਫ ਇਹਨਾਂ ਨੇ ਫਿਰ ਜਿਹੜਾ ਹੈ CIA ਨੇ ਲੋਕਾਂ ਨੂੰ ਉਕਸਾਉਣਾ ਸ਼ੁਰੂ ਕੀਤਾ। 2014 ਦੇ ਵਿੱਚ ਫਿਰ ਇੱਕ ਮਤਲਬ ਜਿਹਨੂੰ ਕਹਿੰਦੇ ਬਗਾਵਤ ਹੁੰਦੀ ਹੈ, ਉਹ ਬੜੀ ਖੂਨੀ ਬਗਾਵਤ ਹੁੰਦੀ ਹੈ ਉੱਥੇ। ਤਾਂ ਉਦੋਂ ਤੋਂ ਬਾਅਦ ਹੀ ਜਿਹੜਾ ਝਗੜਾ ਸ਼ੁਰੂ ਹੋ ਜਾਂਦਾ 2014। ਹੁਣ ਜਿਹੜੇ ਲੋਕ ਕਹਿੰਦੇ ਰੂਸ ਤੇ ਯੂਕਰੇਨ ਲੜਾਈ ਹੋ ਰਹੀ ਹੈ, ਇਹ ਲੜਾਈ ਹੁਣ ਨਹੀਂ 2022 'ਚ ਨਹੀਂ ਸ਼ੁਰੂ ਹੋਈ, ਇਹ ਲੜਾਈ 2014 'ਚ ਸ਼ੁਰੂ ਹੋ ਗਈ ਹੈ। ਅਤੇ ਉਹਦੇ ਵਿੱਚ ਜਿਹੜਾ ਯੂਨਾਕੋਵਿਚ ਜਿਹੜਾ ਹੈਗਾ ਜਿਹੜਾ ਰੂਸ ਨਾਲ ਦੋਸਤੀ ਚਾਹੁੰਦਾ, ਉਹਦੀ ਜਿਹੜੀ ਚੁਣੀ ਹੋਈ ਸਰਕਾਰ ਉਹਦਾ ਤਖਤਾ ਪਲਟ ਕੇ ਅਤੇ ਬਗਾਵਤ ਕਰਾ ਕੇ ਅਤੇ ਜਿਹੜੀ ਉਹ ਸ਼ਕਤੀਆਂ ਆ ਜਾਂਦੀਆਂ ਰੂਸ ਯੂਕਰੇਨ ਦੇ ਵਿੱਚ ਜਿਹਨੂੰ ਅਸੀਂ ਦੋ ਤਰ੍ਹਾਂ ਕਹਿੰਦੇ, ਜਾਂ ਨਿਓ ਨਾਜ਼ੀ ਕਹਿੰਦੇ ਜਾਂ ਐਕਸਟ੍ਰੀਮ ਨੈਸ਼ਨਲਿਸਟ ਜਿਹਨੂੰ ਕਹਿੰਦੇ ਨਿਓ ਨਾਜ਼ੀ ਅਤੇ ਅੱਤ ਦਰਜੇ ਦੇ ਰਾਸ਼ਟਰਵਾਦੀ ਲੋਕ, ਅਤੇ ਉਹਨਾਂ ਨੂੰ ਭੜਕਾਇਆ ਕਿ ਰੂਸੀ ਜਿਹੜੀ ਹੈ ਵਸੋਂ ਦੇ ਵਿਰੁੱਧ। ਤਾਂ ਉਹਨਾਂ ਨੇ ਉਹਨਾਂ 'ਤੇ ਜਿਹੜਾ ਰੂਸੀ ਵਸੋਂ 'ਤੇ ਬਹੁਤ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ 2014 ਤੋਂ ਬਾਅਦ। 2015 'ਚ ਰੂਸ ਨੇ ਫਿਰ ਜਿਹੜਾ ਹੈਗਾ ਜਿਹੜੇ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਨੂੰ ਮਿਲਾ ਕੇ ਕਿਹਾ ਕਿ ਚਲੋ ਇਹਨਾਂ ਦਾ ਸਮਝੌਤਾ ਕਰਾ ਦਈਏ। ਅਤੇ ਇੱਕ ਇਹਨੂੰ ਬੈਲਾਰੂਸ ਦਾ ਸ਼ਹਿਰ ਹੈ ਮਿੰਸਕ ਦੇ ਵਿੱਚ ਦੋਨਾਂ ਧਿਰਾਂ ਦਾ ਸਮਝੌਤਾ ਕਰਾਇਆ ਜਾਂਦਾ ਕਿ ਤੁਸੀਂ ਇਹਨਾਂ ਨੂੰ ਥੋੜ੍ਹੀ ਬਹੁਤੀ ਜਿਹੜੇ ਰੂਸੀ ਬੋਲਦੇ ਜਿਹੜੇ ਇਲਾਕੇ ਹੈ ਲੁਹਾਂਸਕ ਅਤੇ ਜਿਹੜਾ ਡੋਨੇਟਸਕ, ਇਹਨਾਂ ਨੂੰ ਥੋੜ੍ਹੀ ਜਿਹੀ ਆਜ਼ਾਦੀ ਦੇ ਦਿਓ ਅਤੇ ਆਪਸ ਸੁਲ੍ਹਾ ਕਰ ਲਓ। ਅਤੇ ਦੋਨੋਂ ਧਿਰਾਂ ਮੰਨ ਜਾਂਦੀਆਂ। ਲੇਕਿਨ ਫਿਰ ਵੀ ਜਿਹੜਾ ਹੈਗਾ ਉਹ ਇਹ ਜਿਹੜਾ ਅਮਰੀਕਾ ਜਿਹੜਾ ਨਹੀਂ ਹੋਣ ਦਿੰਦਾ ਉਹਨਾਂ ਦਾ ਸਮਝੌਤਾ, ਅਤੇ ਫਿਰ ਲੜਾਈ ਜਾਰੀ ਰਹਿੰਦੀ। ਔਰ 15,000 ਜਿਹੜੇ ਹੈ ਰੂਸੀ ਤਕਰੀਬਨ ਜਿਹੜੇ ਨੇ ਉਹਦੇ 'ਚ ਮਾਰੇ ਜਾਂਦੇ ਹੈ ਇਸ ਲੜਾਈ 'ਚ ਜਦੋਂ 2014। ਤਾਂ ਤੁਸੀਂ ਹੈਰਾਨ ਹੋਵੋਗੇ। ਹੁਣ ਦੇਖੋ ਕਿ ਇੱਕ ਬੰਨੇ ਤਾਂ ਜਿਹੜੇ ਤੁਸੀਂ ਪ੍ਰੈਸ ਦੇ ਸਾਰੇ ਬੰਦੇ ਹੋ ਕਿ ਇੱਕ ਬੰਨੇ ਜਿਹੜੇ ਵੈਸਟਰਨ ਕੰਟਰੀ ਕਹਿੰਦੇ ਜੀ ਅਸੀਂ ਤਾਂ ਇੰਡੀਪੈਂਡੈਂਟ ਪ੍ਰੈਸ ਚਾਹੁੰਦੇ, ਇੰਡੀਪੈਂਡੈਂਟ ਸਾਰਿਆਂ ਨੂੰ ਹੱਕ ਹੋਣਾ ਚਾਹੀਦਾ ਆਪਣਾ ਪੱਖ ਰੱਖਣ ਦਾ। ਲੇਕਿਨ ਹੁਣ ਜਿਹੜਾ ਰੂਸੀ TV ਹੈ, ਰਸ਼ੀਅਨ TV ਹੈ, ਉਹ ਲਗਾਤਾਰ ਇਹ ਦਿਖਾ ਰਹੀ ਸੀਗੀ ਕਿ 2014 ਤੋਂ ਜਦੋਂ ਤੋਂ ਇਹ ਸ਼ੁਰੂ ਕੀਤਾ ਜਿਹੜਾ ਮੁੱਖ ਤੌਰ 'ਤੇ ਜਿਹੜੀਆਂ ਜਿਹੜਾ ਐਕਸਟ੍ਰੀਮ ਨੈਸ਼ਨਲਿਸਟ ਅਤੇ ਨਿਓ ਨਾਜ਼ੀ ਆ ਗਏ ਨੇ, ਰੂਸੀ ਲੋਕਾਂ ਨਾਲ ਕਿੱਦਾਂ ਦਾ ਜਿਹੜਾ ਵਰਤਾਓ ਕੀਤਾ ਗਿਆ। ਤਾਂ ਉਹਨਾਂ ਨੇ ਦਿਖਾਇਆ ਕਿ 50-50 ਲੋਕਾਂ ਨੂੰ ਇੱਕ ਕਮਰੇ 'ਚ ਬੰਦ ਕਰਕੇ ਜਿੰਦਾ ਸਾੜਤਾ। ਹੁਣ ਇਹ ਸਾਰੀਆਂ ਚੀਜ਼ਾਂ ਰਸ਼ੀਅਨ TV ਦਿਖਾ ਰਿਹਾ ਸੀ। ਲੇਕਿਨ ਇਹਨਾਂ ਨੇ ਕੀ ਕੀਤਾ ਕਿ ਸਾਰੀ ਥਾਂ ਤੋਂ ਉਹ ਜਿਹੜੀ ਬੈਨ ਕਰਵਾ ਦਿੱਤੀ ਜਿਹੜੀ ਰਸ਼ੀਅਨ TV। ਹੁਣ ਜੇ ਇੱਕ ਤਾਂ ਇਹ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਜਿਹੜਾ ਪੈਰੋਕਾਰ ਆਂਗੇ ਫਰੀਡਮ ਆਫ ਐਕਸਪ੍ਰੈਸ਼ਨ ਦੇ, ਤਾਂ ਦੂਜੇ ਨੂੰ ਵੀ ਬੋਲਣ ਦਿਓ। ਜੇ ਉਹ ਝੂਠ ਬੋਲਣਾ ਸੱਚ ਬੋਲ ਲੋਕ ਆਪੇ ਨਿਰਣਾ ਕਰਨਗੇ, ਤੁਸੀਂ ਉਹਨਾਂ ਦੀ ਬੈਨ ਕਿਉਂ ਕਰਾ ਰਹੇ ਹੋ? ਤਾਂ ਇਹ ਜਿਹੜੀ ਚੀਜ਼ ਹੈ ਉੱਥੇ ਫਿਰ ਸਾਨੂੰ ਸਵਾਲ ਜਿਹੜਾ ਉੱਠਣਾ ਸ਼ੁਰੂ ਹੁੰਦਾ ਵੀ ਕੋਈ ਨਾ ਕੋਈ ਇਹਨਾਂ ਨੂੰ ਖਤਰਾ ਨਜ਼ਰ ਆ ਰਿਹਾ ਜਾਂ ਇਹਨਾਂ ਨੂੰ ਆਪਣਾ ਜਿਹੜਾ ਵੀ ਇਹ ਕੋਈ ਦਬਾਉਣਾ ਚਾਹੁੰਦੇ ਨੇ ਜਿਹੜੀ ਜਾਣਕਾਰੀ ਜਿਹੜੀ ਇਹਨਾਂ ਦੇ ਅਗੇਂਸਟ ਜਾਂਦੀ ਹੈ।
तो ये भी एक जोड़ा है कि आप जो कहते हैं कि देखो जी लड़ाई हूँ नहीं शुरू हुई, लड़ाई उत्थे लगातार 2014 तो चल रही है। फिर जोड़ा है हुणे जोड़ा ना फिर अखीर च रशिया ने कि जोड़े दो इलाके है ने ये दोनेत्स्क ते लुहांस्क, इन्हों असी जो इंडिपेंडेंट कंट्री बना दें तो उन्होंने मानता दे दी। तो उस तो बाद जोड़ा है जोड़ा उन्होंने कहा कि हुण असी इन्हों इंडिपेंडेंट कंट्री बनाने लई फौज भेजी है उत्थे। हुण इस तरह तुहानूं पता होवे कि 2014 दे विच जिहड़ा हैगा रशिया जिहड़ा है क्रीमिया जिहड़ा हैगा वो ले लैंदा वापस। हुण एक पासे क्रीमिया हैगा जिहड़ा ये दक्षिणी यूक्रेन दे विच है, जिहड़ा एक यूक्रेन नूं लगदा ब्लैक सी कहंदे सागर लगदा, तो उहदा एक जिहड़ा हिस्सा हैगा उहनूं अजोव सी कहंदे ब्लैक सागर, और ब्लैक ये मैडिटेरेनियन दा हिस्सा हैगा जिहड़ा ये ब्लैक सी ते जिहड़े एजोव सी और मैडिटेरेनियन जिवें आपां जानदे अटलांटिक ओशन दा पार्ट है। तो ये जिहड़ा मारियोपोल शहर तुसीं अजकल सुणदे हो कि बड़ी लड़ाई हो रही है उत्थे, हुण उहदी की इंपोर्टेंस है, की महत्ता है कि रूस ये चाहता हैगा कि जिहड़ा इलाका है जिहड़ा डॉनबास दा पूर्वी जिहड़ा उहदे मतलब रूसी लोगों के कब्जे च है, तो क्रीमिया भी उन्होंने कब्जे च है, विचकार जिहड़ा हिस्सा पैंदा है इनू आपां कॉरीडोर कहते हैं या गलियारा कह दें आप, वो एक इन्हों जोड़ना चाहते हैं आपस के। तो उहदे विच तां ये मारियोपोल दो कारणों करके सब तो ज़्यादा जिहड़ी लड़ाई उत्थे हुई है, एक तो मतलब ये विच आंदा है उहदे नाल ही वो कॉरीडोर पूरा हुंदा है। दूसरी चीज़ है कि रशिया ने लड़ाई तो पहला अपने 3 मंतव दसे है। एक मंतव है कि रूस असीं यूक्रेन नूं नाटो का मैंबर नहीं बन देना। दूसरा सीगा कि जिहड़े असीं जिहड़े नियो नाजी है डी नाजीफिकेशन एंड डी मिलिटराइजेशन, कि जिहड़ी असीं इन्हां नूं खत्म करना, जिहड़े नाजी जिहड़े विचारधारा के लोग ने जिन्होंने रूसी लोगों के बहुत जुल्म किए हैं। तो एक उन्होंने कहा कि असी साडी लड़ाई का मंतव है कि यूक्रेन दे कोल इन्नी समर्था ना रहे, मिलिट्री कैपेबिलिटी ना रहे कि वो रशिया दे चैलेंज या रशिया लिए मुसीबत खड़ी कर सके, यदि असी जिहड़ी फौजी समर्था घटानी है। तीसरा सीगा उन्होंने यह कहा कि असी एक कॉरीडोर बनाना है, गलियारा बनाना है जिहड़ा पूर्वी डॉनबास के इलाके नूं जिहड़ा हैगा क्रीमिया नाल जोड़दा। ये 3 मकसद सीगे रूस की लड़ाई दे, और तकरीबन उन्होंने लगभग पूरे हो गए हैं। और रूस की जिहड़ी हुण ये सीगी नीति कि 9 मई नूं जिहड़ा हैगा विक्ट्री डे मनाया जाता है। रूस विक्ट्री डे क्यों मनाया जाता है कि नाजी जर्मनी ने 9 मई नूं हथियार सुट दिते सी ते रूस उहनूं लगातार उहनूं जित का दिवस या विक्ट्री डे के तौर पर मनाया जाता है। लेकिन रूस ये चाहता कि हुण असीं जो साडे 3 जिहड़े मंतव पूरे हो गए, तो यह जिहड़ा ऐतकी असीं 9 मई नूं जिहड़ा जदों विक्ट्री डे मनाना है उदों असीं ये अपना कह दे कि असीं तो यूक्रेन जित लिया, जो साडे मकसद से पूरे हो गए। लेकिन अमेरिका और पश्चिमी देश ये नहीं चाहते कि किसी भी तरह जिहड़ा हैगा उत्थे लड़ाई खत्म हो। तो तुसीं हुणे देखिया होना कि अमरीका के 2 वड्डे जिहड़े ने ऑफिशियल या जिहड़े, एक उन्हां दा विदेश मंत्री ब्लिंकन तो दूसरा उन्होंने लियोड आस्टन जिहड़ा है डिफेंस मिनिस्टर, दोनों कीव दे विच गए हैं। तो उन्होंने दोवां ने उन्होंने ये कहा गया कि किसी भी तरह तुसी लड़ाई नहीं बंद करनी, कि तुसी जिन्ना पैसा चाहिए, जो हथियार चाहिए, जो तुहानूं मीडिया की सपोर्ट चाहिए असीं देवांगे, पर तुसी लड़ाई जारी रखो। हुण क्यों अमरीका चाहता है कि हुण उन्होंने आप ही मन लिया है कि वो कहते कि साडा जिहड़ा मकसद है कि रूस नूं कमज़ोर कर दिए, कि लंबी लड़ाई दे नाल रूस कमज़ोर हो जाए। हुण रूस नाल की झगड़ा है अमरीका का? असली झगड़ा तो अमरीका का चीन नाल है, क्योंकि ये जिहड़े अमरीका जां जिहड़े मतलब वैसटर्न कैपिटलिस्ट कंट्री ने, इन्हां लई सब तो इंपॉर्टेंट चीज़ पैसा है। हुण इकनॉमिक जिहड़ी रूस का कोई उन्होंने इकनॉमिक राइवल नहीं है, जो रूस का तो बहुत थोड़ी हुण जी इकॉनमी बहुत छोटी है अमेरिका के मुकाबले में। असली जी उन्हें टक्कर है इकनॉमिक्स वो है चीन के नाल है, क्योंकि चीन जोड़ा है वो मतलब मैन्युफैक्चरिंग जोड़ा दुनिया का धुरा बन गया, बेस बन गया है। जोड़ा वर्ल्ड ट्रेड के जोड़ा हिस्सा है वो भी चीन का लगातार वधी जा रहा है, तो पश्चिमी देशों का खासकर अमरीका का घटी जा रहा। तो लेकिन जोड़ा हुण रूस और जोड़ा
ਚੀਨ ਦੇ ਸੰਬੰਧ ਆਪਸ 'ਚ ਇੰਨੇ ਮਤਲਬ ਹੋ ਗਏ ਨੇ, ਤਕਰੀਬਨ ਉਹਨਾਂ ਦਾ ਪੂਰਾ ਗੱਠਜੋੜ ਹੈ ਕਿ ਜਿੰਨਾ ਚਿਰ ਰੂਸ ਇੱਕ ਵੱਡੀ ਫੌਜੀ ਤਾਕਤ ਹੈ, ਜਿੰਨਾ ਚਿਰ ਰੂਸ ਅਮਰੀਕਾ ਨੂੰ ਕਮਜ਼ੋਰ ਨਹੀਂ ਕਰ ਲੈਂਦਾ ਉਹਨਾਂ ਚਿਰ ਚੀਨ ਨੂੰ ਘੇਰ ਨਹੀਂ ਸਕਦਾ। ਤਾਂ ਉਹਨਾਂ ਦਾ ਇਹ ਹੈ ਕਿ ਰੂਸ ਨੂੰ ਅਗਰ ਕਮਜ਼ੋਰ ਕਰਤਾ ਜਾਏ ਫਿਰ ਅਸੀਂ ਚੀਨ ਨੂੰ, ਇੱਕ ਜਿਹੜਾ ਸਾਡਾ ਅਸਲੀ ਵਿਰੋਧੀ ਹੈ, ਆਰਥਿਕ ਵਿਰੋਧੀ ਆ, ਉਹਨੂੰ ਖਤਮ ਕਰ ਸਕਦੇ ਹਾਂ। ਤਾਂ ਇਸ ਕਰਕੇ ਇਹ ਲੰਬੇ ਗੋਲ ਨੇ ਕਿ ਅਮਰੀਕਾ ਨਹੀਂ ਚਾਹੁੰਦਾ ਕਿ ਜਿਹੜਾ ਹੈਗਾ ਇਹ ਲੜਾਈ ਜਿਹੜੀ ਹੈ ਇੱਕਦਮ ਖਤਮ ਹੋਵੇ। ਹੁਣ ਜੇ ਮੈਂ ਇਹ ਕਹਿ ਦਾਂ ਕਿ ਲੜਾਈ ਰੂਸ ਅਤੇ ਯੂਕਰੇਨ ਦੀ ਹੈ ਹੀ ਨਹੀਂ, ਇਹ ਤਾਂ ਦਿਸ ਰਹੀ ਹੈ। ਹੁਣ ਆਪਾਂ ਜਿਹੜੇ ਜਿੰਨੇ ਵੀ ਆਪਾਂ ਬੈਠੇ ਹਾਂ ਇੱਥੇ ਪੱਤਰਕਾਰ ਜਾਂ ਆਪਾਂ ਮਤਲਬ ਇਹ ਨਹੀਂ ਹੈਗਾ ਕਿ ਜਿਹੜੀ ਸੱਚਾਈ ਦਿਸ ਰਹੀ ਆ ਉਹ ਹੀ ਸੱਚ ਹੁੰਦਾ ਹੈ। ਕਈ ਵਾਰੀ ਜਿਹੜਾ ਸੱਚ ਹੁੰਦਾ ਹੈਗਾ ਉਹ ਉਸਦੇ ਪਿੱਛੇ ਹੁੰਦਾ ਹੈ। ਕਈ ਵਾਰੀ ਜੋ ਲਿਖਿਆ ਹੋਇਆ ਸੱਚ ਆ ਉਹ ਨਹੀਂ ਹੁੰਦਾ, ਜਿਹੜਾ ਕਹਿੰਦੇ ਨੇ ਕਿ ਜੋ ਕੁਝ ਲਿਖਿਆ ਗਿਆ ਜਿਹੜਾ ਲਾਈਨਾਂ ਦੇ ਵਿੱਚ ਹੁੰਦਾ ਹੈ, ਇਨ ਬਿਟਵੀਨ ਲਾਈਨਸ, ਔਰ ਜਿਹੜਾ ਬਿਹਾਈਂਡ ਦੀ ਲਾਈਨ ਜੋ ਅਸਲੀ ਸੱਚ ਉੱਥੇ ਪਿਆ ਹੁੰਦਾ। ਤੋ ਇਸ ਕਰਕੇ ਇਹ ਜਿਹੜਾ ਸੱਚ ਹੈ ਕਿ ਦਿਸ ਤਾਂ ਸਾਨੂੰ ਇਹ ਰਿਹਾ ਕਿ ਰੂਸ ਅਤੇ ਯੂਕਰੇਨ ਲੜ ਰਹੇ ਨੇ, ਲੇਕਿਨ ਰੂਸ ਅਤੇ ਯੂਕਰੇਨ ਤਾਂ ਸਿਰਫ ਇੱਕ ਮੋਹਰਾ ਹੈਗਾ। ਲੜਾਈ ਤਾਂ ਅਮਰੀਕਾ ਲੜ ਰਿਹਾ ਹੈਗਾ, ਲੜਾਈ ਤਾਂ ਪੱਛਮੀ ਦੇਸ਼ ਲੜ ਰਹੇ ਆ। ਜੇ ਮੈਂ ਤਾਂ ਇਸ ਤੋਂ ਵੀ ਉੱਪਰ ਜਾਂਦਾ ਕਿ ਲੜਾਈ ਤਾਂ ਪੂਰਬ ਔਰ ਪੱਛਮ ਦੀ ਹੋ ਰਹੀ ਹੈ, ਕਿ ਦੁਨੀਆ ਦੇ ਵਿੱਚ ਜਿਹੜੀ ਪੱਛਮ ਦੀ 2 ਸਦੀਆਂ ਤੋਂ ਚੱਲੀ ਆ ਰਹੀ ਜਿਹੜੀ ਡੋਮੀਨੇਸ਼ਨ ਹੈ ਔਰ ਅਮਰੀਕਾ ਦੀ ਜਿਹੜੀ ਹੈਜਮਨੀ ਹੈ, ਜਿਹੜੀ ਪੱਛਮੀ ਪ੍ਰਬਲਤਾ ਔਰ ਰੂਸ ਜਿਹੜੀ ਅਮਰੀਕਾ ਦੀ ਚੌਧਰ ਹੈ, ਉਹ ਜਿਹੜੀ ਦਾਅ 'ਤੇ ਲੱਗੀ ਹੋਈ ਹੈ। ਔਰ ਇਹ ਲੜਾਈ ਨੇ ਫੈਸਲਾ ਕਰ ਦੇਣਾ ਹੈ ਕਿ ਜੇ ਆਪਾਂ ਸਮੁੱਚੇ ਤੋਂ ਆਹ ਦੇਖੋ ਨਾ, ਇਹ ਕਿਤਾਬ ਮੈਂ ਅਮਰੀਕਾ 'ਚ ਮੇਰੀ ਜਿਹੜੀ 25 ਸਾਲ ਪਹਿਲਾਂ ਮੈਂ ਲਿਖੀ ਸੀਗੀ, ਇੱਕ ਨੇ 2001 'ਚ ਛਪੀ ਹੈ ਉੱਥੇ। ਇਹਦੇ 'ਚ ਮੈਂ ਸਾਰੀ ਜਿਹੜੀ ਇਹ ਭਵਿੱਖਬਾਣੀ ਇਸ ਤਰ੍ਹਾਂ ਇਹ ਜਿਹੜੇ ਜੋ ਰੁਝਾਨ ਨੇ ਦੁਨੀਆ ਦੇ, ਅਤੇ ਉਹਦੇ 'ਚ ਮੈਂ ਦੱਸਿਆ ਸੀਗਾ ਕਿ ਮੈਨੂੰ ਇਹ ਲੱਗਦਾ ਕਿ ਜਿਹੜਾ ਏਸ਼ੀਆ ਜਾਂ ਪੂਰਬ ਹੈ ਇਹਦਾ ਉਭਾਰ ਹੋ ਰਿਹਾ, ਔਰ ਪੱਛਮ ਦਾ ਜਿਹੜਾ ਨਿਗਾਰ ਹੋ ਰਿਹਾ, ਔਰ ਜਿਹੜਾ ਚੀਨ ਜਾਂ ਭਾਰਤ ਜਿਹੜੇ ਪੂਰਬੀ ਦੇਸ਼ ਨੇ ਏਸ਼ੀਆ ਦੇ, ਇਹਨਾਂ ਨੇ ਉੱਪਰ ਜਾਣਾ ਹੈਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਅਮਰੀਕਾ ਦੇ ਵਿੱਚ ਵੀ ਜਿਹੜੀ ਕਿਤਾਬ ਲਿਖੀ, ਔਰ ਅਮਰੀਕਾ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਇਹ ਕਿਤਾਬ 'ਤੇ ਚਰਚਾ ਹੋਈ ਬਹੁਤ, ਔਰ ਲਗਭਗ ਹਰ ਇੱਕ ਥਾਂ 'ਤੇ ਮੈਨੂੰ ਵਿਦਵਾਨਾਂ ਨੇ ਜਿਹੜੀ ਉਹਦੇ ਨਾਲ ਸਹਿਮਤੀ ਮੇਰੇ ਨਾਲ ਜਿਹੜੀ ਮੈਂ ਨਿਸ਼ਾਨਦੇਹੀ ਕੀਤੀ ਕਿ ਕੀ ਦੁਨੀਆ ਦੇ ਵਿੱਚ ਜਿਹੜੇ ਬਦਲਾਅ ਆਣੇ ਨੇ। ਤਾਂ ਮੈਂ ਤਾਂ ਬਹੁਤ ਦੇਰ ਪਹਿਲਾਂ ਕਿਹਾ ਸੀ ਕਿ ਜਿਹੜਾ ਇਹ ਦੁਨੀਆ ਦੇ ਉੱਪਰ ਜਿਹੜਾ ਪੱਛਮ ਦਾ ਜਿਹੜੀ ਡੋਮੀਨੇਸ਼ਨ ਹੈ, ਪੱਛਮ ਦੀ ਪ੍ਰਬਲਤਾ ਹੈ, ਅਮਰੀਕਾ ਦੀ ਚੌਧਰ ਹੁਣੇ ਜ਼ਿਆਦਾ ਦੇਰ ਨਹੀਂ ਰਹਿਣੇ ਇਹਨਾਂ। ਹੁਣ ਆਪਾਂ ਆਖਰੀ ਗੱਲ ਇੱਥੇ ਆਉਂਦੇ ਹਾਂ ਕਿ ਆਖਿਰ ਭਾਰਤ ਦੀ ਕੀ ਭੂਮਿਕਾ ਇਸ ਦੇ ਵਿੱਚ। ਹੁਣ ਮੈਂ ਇਹ ਕਹਿੰਦਾ ਕਿ ਜੇ ਅੱਜ ਇਹ ਕਹਿ ਦਈਏ ਕਿ ਭਾਰਤ ਜਿਹੜਾ ਉਹ ਬੈਲੈਂਸ ਆਫ ਪਾਵਰ ਦੁਨੀਆ ਦਾ ਜਿਹੜਾ ਉਹ ਭਾਰਤ ਦੇ ਕੋਲ ਹੈ ਇਸ ਵੇਲੇ, ਕਿ ਲਗਭਗ ਜਿਹੜਾ ਇੱਕ ਪਾਸੇ ਜਿਹੜਾ ਅਮਰੀਕਾ ਦੇ ਪੱਛਮੀ ਦੇਸ਼, ਇੱਕ ਪਾਸੇ ਰੂਸ ਅਤੇ ਚੀਨ, ਤਕਰੀਬਨ ਬਰਾਬਰ ਦੀ ਟੱਕਰ ਹੈ। ਜਿਸ ਪਾਸੇ ਭਾਰਤ ਹੋ ਜਾਂਦਾ ਉਹ ਪਾਸਾ ਭਾਰਾ ਹੋ ਜਾਂਦਾ ਹੈ, ਇੱਕ ਤਾਂ ਇਹ ਗੱਲ। ਇਸੇ ਕਰਕੇ ਤੁਸੀਂ ਦੇਖੋ ਕਿ ਸਾਰੇ ਦੇ ਸਾਰੇ ਦੌੜੇ ਆ ਰਹੇ ਨੇ, ਕਿ ਅਮਰੀਕਨ ਵੀ ਆ ਰਹੇ, ਜਰਮਨ ਵੀ ਆ ਰਹੇ, ਯੂਰਪੀਅਨ ਯੂਨੀਅਨ ਦੇ ਲੋਕ ਵੀ ਆ ਰਹੇ, ਇੰਗਲੈਂਡ ਦੇ ਵੀ ਆ ਰਹੇ, ਸਾਰੇ ਅੱਗੇ ਭਾਰਤ ਨੂੰ ਆਪਣੇ ਵੱਲ ਮਿਲਾਉਣਾ ਚਾਹੁੰਦੇ। ਕਿਉਂ? ਕਿਉਂਕਿ ਭਾਰਤ ਇੱਕ ਐਸਾ ਦੇਸ਼ ਹੈ ਜਿਹਦੇ ਰੂਸ ਨਾਲ ਬਹੁਤ ਅੱਛੇ ਸੰਬੰਧ ਨੇ, ਅਤੇ ਜੇ ਹੁਣ ਪੁਤਨ ਕਿਸੇ ਦੀ ਗੱਲ ਸੁਣੇਗਾ ਤਾਂ ਉਹ ਭਾਰਤ ਦੀ ਸੁਣੇਗਾ। ਇਸ ਕਰਕੇ ਇਹਨਾਂ ਨੂੰ ਪਤਾ ਹੈ ਕਿ ਭਾਰਤ ਜਿਹੜਾ ਹੈਗਾ ਉਹ ਅਗਰ ਚਾਹੇ, ਜੇ ਕੋਈ ਸੱਚੀ ਮੁੱਚੀ ਜੇ ਇਹਦਾ ਕੋਈ ਸਮਝੌਤਾ ਕਰਾ ਸਕਦਾ ਹੈ ਤਾਂ ਉਹ ਵੀ ਭਾਰਤ ਹੈ। ਕਿ ਉਹ ਮਤਲਬ ਜੇ ਪੁਤਨ ਨੂੰ ਘੱਟੋ ਘੱਟ ਭਾਰਤ ਦੀ ਗੱਲ ਨੂੰ ਬੜੀ ਸੰਜੀਦਗੀ, ਬੜੀ ਸੀਰੀਅਸਲੀ ਲਏਗਾ, ਸੁਣੇਗਾ, ਕਿਉਂਕਿ ਉਹਨੂੰ ਭਰੋਸਾ ਹੈਗਾ ਕਿ ਭਾਰਤ ਸਾਡਾ ਦੋਸਤ ਹੈ। ਦੂਸਰੀ ਚੀਜ਼ ਆਪਾਂ ਨੇ ਇਹ ਦੇਖਣਾ ਕਿ ਭਾਰਤ ਦਾ ਆਪਣਾ ਬੁਨਿਆਦੀ ਹਿੱਤ ਕਿੱਧਰ ਹੈ, ਸਾਡੇ ਜਿਹੜੇ ਫੰਡਾਮੈਂਟਲ ਇੰਟਰਸਟ ਕਿੱਧਰ ਹੈ। ਹੁਣ ਲੜਾਈ ਹੋ ਰਹੀ ਹੈ ਪੂਰਬ ਔਰ ਪੱਛਮ ਦੀ ਲੜਾਈ ਹੋ ਰਹੀ ਹੈ। ਜੇ ਇੱਕ ਹੋਰ ਲੜਾਈ ਆਪਾਂ ਦੇਖੇ, ਲੜਾਈ ਇਹ ਹੋ ਰਹੀ ਹੈ ਕਿ ਇੱਕ ਜਿਹੜੀ ਮੌਜੂਦਾ ਜਿਹੜੀ ਵਿਸ਼ਵ ਵਿਵਸਥਾ ਹੈ, ਵਰਲਡ ਆਰਡਰ ਹੈ, ਇਹਨੂੰ ਆਪਾਂ ਯੂਨੀਪੋਲਰ ਕਹਿ ਸਕਦੇ ਹਾਂ, ਇੱਕ ਧਰੁਵੀ ਕਹਿ ਸਕਦੇ ਹਾਂ, ਕਿ ਅਮਰੀਕਾ ਔਰ ਪੱਛਮ ਦੇ ਚੌਧਰ ਦੇ ਵਿੱਚ ਜਿਹੜਾ ਹੈਗਾ ਇਹ ਸਥਾਪਿਤ ਹੋਇਆ ਵਿਵਸਥਾ ਹੈਗੀ ਹੈ ਜਿਹੜੀ ਸਥਾਪਿਤ ਹੋਈ। ਲੇਕਿਨ ਇਹਦੇ 'ਚ ਕੀ ਹੈ ਕਿ ਸਾਰੇ ਦੇਸ਼ਾਂ ਨੂੰ ਬਰਾਬਰਤਾ ਨਹੀਂ ਹੈ। ਚਾਹੇ ਜਿੰਨੀਆਂ ਜਿਹੜੀਆਂ ਇੰਸਟੀਟਿਊਸ਼ਨਸ ਬਣੀਆਂ ਹੈਗੀਆਂ ਨੇ, ਜਿੰਨੀਆਂ ਸੰਸਥਾਵਾਂ ਬਣੀਆਂ ਨੇ, ਵਿਸ਼ਵ ਸੰਸਥਾਵਾਂ, ਵਰਲਡ ਇੰਸਟੀਟਿਊਸ਼ਨਸ, ਉਹ ਸਾਰੀਆਂ ਹੀ ਨਾ ਬਰਾਬਰੀ ਦੇ ਸਿਧਾਂਤ 'ਤੇ ਨੇ। ਉਹਦੇ ਵਿੱਚ ਚਾਹੇ IMF ਹੈ, ਚਾਹੇ ਯੂਨਾਈਟਿਡ ਨੇਸ਼ਨ ਹੈ, ਚਾਹੇ ਵਰਲਡ ਬੈਂਕ ਹੈ, ਮਤਲਬ ਚਾਹੀਦਾ ਤਾਂ ਹੁਣ ਵੈਸਟ ਹੈ ਕਹਿੰਦਾ ਮਨੁੱਖੀ ਬਰਾਬਰਤਾ ਹੀ ਸਾਡਾ ਯਕੀਨ ਹੈ, ਲੇਕਿਨ ਇਹ ਸਾਰੇ ਦੇ ਸਾਰੇ ਨਾ ਬਰਾਬਰਤਾ ਨੇ। ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਦੇ ਜਿਹੜੇ ਕਨਸਟੀਟਿਊਸ਼ਨ, ਤੁਸੀਂ ਮਤਲਬ ਸਾਰੇ ਦੇਸ਼ਾਂ ਨੂੰ ਇੱਕੋ ਜਿਹੇ ਰਾਈਟ ਨਹੀਂ ਹੈਗੇ। ਸਿਰਫ ਜਿਹੜੇ ਯੂਰਪ, ਅਮਰੀਕਾ ਔਰ ਪੱਛਮੀ ਦੇਸ਼ਾਂ ਨੂੰ ਜ਼ਿਆਦਾ ਦੂਜਿਆਂ ਨਾਲੋਂ ਹੱਕ ਨੇ।
ਇੱਥੋਂ ਤੱਕ ਵੀ ਹੈਗਾ ਕਿ ਜਿਹੜਾ IMF ਜਾਂ ਵਰਲਡ ਬੈਂਕ ਦਾ ਜਿਹੜਾ ਚੇਅਰਮੈਨ ਹੈ ਉਹ ਸਿਵਾਏ ਯੂਰਪੀਅਨ ਤੇ ਅਮਰੀਕਨ ਤੋਂ ਹੋ ਹੀ ਨਹੀਂ ਸਕਦਾ ਕੋਈ, ਇਹ ਉਹਨਾਂ ਦਾ ਕਾਨਸਟੀਟਿਊਸ਼ਨ ਇਹ ਕਹਿ ਰਿਹਾ। ਤੇ ਕਿਉਂ ਇੱਦਾਂ? ਇਹਦਾ ਮਤਲਬ ਸਾਫ਼ ਹੈ ਕਿ ਇਹ ਬਰਾਬਰਤਾ ਦੇ ਆਧਾਰਿਤ ਹੀ ਨਹੀਂ ਹੈ। ਤਾਂ ਇਹ ਜਿਹੜਾ ਵਰਲਡ ਆਰਡਰ ਹੈ, ਜਿਹੜੀ ਵਿਸ਼ਵ ਵਿਵਸਥਾ ਹੈ, ਜਿਹੜੀ ਯੂਨੀਪੋਲਰ ਹੈ, ਇਹਦਾ ਜਿਹੜਾ ਬਦਲ ਹੈ ਉਹ ਹੈ ਮਲਟੀਪੋਲਰ, ਬਹੁਤ ਰੁਵੇ ਜਿਹੜੀ ਹੈ। ਕਿ ਭਾਰਤ ਦਾ ਹਿੱਤ ਇਹ ਹੈ ਕਿ ਅਸੀਂ ਇਸ ਯੂਨੀਪੋਲਰ ਜਿਹੜੀ ਨਾ ਬਰਾਬਰੀ 'ਤੇ ਆਧਾਰਿਤ ਜਿਹੜੇ ਵਰਲਡ ਆਰਡਰ ਹੈ, ਵਿਸ਼ਵ ਵਿਵਸਥਾ ਹੈ, ਇਹਨੂੰ ਬਦਲ ਕੇ ਇੱਕ ਇਹੋ ਜਿਹੀ ਵਿਵਸਥਾ ਬਣਾਈ ਜਾਏ ਜਿਹਦੇ ਸਾਰੇ ਦੇ ਸਾਰੇ ਦੇਸ਼ ਬਰਾਬਰ ਦੇ ਹਿੱਸੇਦਾਰ ਹੋਣ। ਤਾਂ ਉਹ ਹੈ ਮਲਟੀਪੋਲਰ ਵਰਲਡ। ਤਾਂ ਭਾਰਤ ਦੇ ਬੁਨਿਆਦੀ ਹਿੱਤ ਇੱਧਰ ਨੇ ਕਿ ਯੂਨੀਪੋਲਰ ਜਿਹੜੀ ਵਿਵਸਥਾ ਹੈ ਮਲਟੀਪੋਲਰ ਦੇ ਵਿੱਚ ਬਣੇ। ਤਾਂ ਇਸ ਕਰਕੇ ਜੇ ਆਪਾਂ ਕਹਿ ਲਈਏ ਕਿ ਭਾਰਤ ਦੇ ਹਿੱਤ ਜਿਹੜੇ ਨੇ ਰਸ਼ੀਆ ਅਤੇ ਚਾਈਨਾ ਦੇ ਨਾਲ ਮਿਲਦੇ ਨੇ, ਤਾਂ ਇਹ ਕੋਈ ਅੱਤਕਥਨੀ ਨਹੀਂ ਹੈ। ਹੁਣ ਰੂਸ ਨਾਲ ਤਾਂ ਸਾਡੇ ਬਹੁਤ ਹੀ ਦੋਸਤਾਨਾ ਸੰਬੰਧ ਨੇ। ਰੂਸ ਤਾਂ ਸਾਡੇ ਨਾਲ ਹਮੇਸ਼ਾ ਖੜਿਆ ਹੈਗਾ। ਜੇ 1971 ਦੀ ਲੜਾਈ ਹੋਈ ਹੈ, ਤੁਹਾਨੂੰ ਪਤਾ ਹੈ ਕਿ ਅਮਰੀਕਾ ਨੇ ਤਾਂ ਸਾਡੇ ਖਿਲਾਫ ਜਿਹੜਾ 7th ਫਲੀਟ ਜਿਹੜਾ ਉਹਨਾਂ ਸਭ ਤੋਂ ਵੱਡਾ ਜੰਗੀ ਬੇੜਾ ਉੱਤੇ ਭਾਰਤ 'ਤੇ ਚਾੜ੍ਹਤਾ ਸੀਗਾ, ਲੇਕਿਨ ਰਸ਼ੀਆ ਨੇ ਸਾਨੂੰ ਬਚਾਇਆ ਉਸ ਵੇਲੇ। ਔਰ ਅਮਰੀਕਾ ਨੇ ਬਹੁਤ ਵਾਰੀ ਸਾਡੇ ਵਿਰੁੱਧ ਜਿਹੜਾ ਹੈਗਾ ਯੂਨਾਈਟਿਡ ਨੇਸ਼ਨ ਦੇ ਵਿੱਚ ਮਤੇ ਪਾਸ ਕਰਾਏ ਨੇ, ਅਤੇ ਲਗਾਤਾਰ ਰੂਸ ਉਹਨਾਂ ਨੂੰ ਵੀਟੋ ਕਰਦਾ ਰਿਹਾ। ਤਾਂ ਇਸ ਕਰਕੇ ਇਹ ਤਾਂ ਕੋਈ ਹੈ ਹੀ ਨਹੀਂ ਦੋ ਰਾਏ ਕਿ ਅੱਜ ਵੀ ਜਿਹੜਾ ਭਾਰਤੀ ਜਿਹੜੀ ਆਰਮੀ ਹੈ ਉਹਦਾ ਜਿਹੜੀ ਹੈਵੀ ਵੈਪਨ ਨੇ, ਜਿਹੜੇ ਵੱਡੇ ਹਥਿਆਰ ਨੇ, 60% ਤੋਂ ਜ਼ਿਆਦਾ ਰੂਸ ਤੋਂ ਆ ਰਹੇ ਨੇ। ਤਾਂ ਜਿੰਨੀ ਵੀ ਟੈਕਨੋਲੋਜੀ ਹੈ ਜਿਹੜੀ ਰੂਸ ਜਿਹੜੀ ਹੈ ਨਿਊਕਲੀਅਰ ਟੈਕਨੋਲੋਜੀ ਜਿੰਨੀ ਇੰਡੀਆ ਡਿਵੈਲਪ ਹੋ ਰਹੀ ਉਹ ਵੀ ਰਸ਼ੀਆ ਦੀ ਮਦਦ ਨਾਲ ਹੋ ਰਹੀ ਹੈ। ਜੇ ਹੁਣ ਉਹਨਾਂ ਦਾ ਸਭ ਤੋਂ ਜਿਹੜਾ ਔਰ ਰੂਸ ਨੇ ਜਿਹੜੀ ਉਹਨਾਂ ਦੀ ਸਭ ਤੋਂ ਵਧੀਆ ਲੇਟੈਸਟ ਟੈਕਨੋਲੋਜੀ ਹੈ ਹਮੇਸ਼ਾ ਭਾਰਤ ਨੂੰ ਦਿੱਤੀ ਹੈ। ਹੁਣ ਉਹਨਾਂ ਨੇ S-400 ਉਹਨਾਂ ਦੀ ਮਿਸਾਈਲ ਸਿਸਟਮ ਹੈ ਸਭ ਤੋਂ ਵਧੀਆ, ਉਹ ਉਹਨਾਂ ਨੇ ਇੰਡੀਆ ਉਹਨਾਂ ਤੋਂ ਲੈ ਰਿਹਾ। ਅਮਰੀਕਾ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਕਿ ਇਹ ਕੈਂਸਲ ਕਰੋ, ਲੇਕਿਨ ਭਾਰਤ ਨੇ ਕਿਹਾ ਨਹੀਂ। ਤਾਂ ਕਹਿਣ ਦਾ ਮਤਲਬ ਹੈ ਕਿ ਹੁਣ ਤੁਸੀਂ ਦੇਖੋ ਤੇਲ ਦੀ ਵੀ ਗੱਲ ਹੋਈ ਹੈ ਕਿ ਹੁਣ ਸਾਡੇ 'ਤੇ ਦਬਾਅ ਪਾਇਆ ਜਾ ਰਿਹਾ ਕਿ ਤੇਲ ਨਾ ਖਰੀਦੋ। ਹੁਣ ਰੂਸ ਸਾਨੂੰ ਤੇਲ ਜਿਹੜਾ ਹੈਗਾ ਇੱਕ ਤਾਂ ਜੋ ਸੰਸਾਰ ਦਾ ਭਾਅ ਹੈ ਨਿਸ਼ਚਿਤ ਉਹਦੇ ਤੋਂ ਸਸਤਾ ਦੇ ਰਿਹਾ, ਦੂਸਰਾ ਉਹ ਕਹਿੰਦਾ ਕਿ ਤੁਸੀਂ ਪੇਮੈਂਟ ਵੀ ਆਪਣੇ ਰੁਪਏ 'ਚ ਕਰ ਲਓ। ਤਾਂ ਉਹ ਕਹਿੰਦਾ ਨਹੀਂ ਤੁਸੀਂ ਰੂਸ ਤੋਂ ਤੇਲ ਨਾ ਖਰੀਦੋ। ਹੁਣ ਲੇਕਿਨ ਭਾਰਤ ਇਹ ਕਹਿੰਦਾ ਕਿ ਦੇਖੋ ਵੀ ਤੁਸੀਂ ਸਾਨੂੰ ਤਾਂ ਕਹਿ ਰਹੇ ਹੋ ਤੇਲ ਨਾ ਖਰੀਦੋ, ਖੁਦ ਤੁਸੀਂ ਰੂਸ ਤੋਂ ਤੇਲ ਖਰੀਦ ਰਹੇ ਹੋ। ਉਹਨਾਂ ਨੇ ਕਿਹਾ ਕਿ ਜਿੰਨਾ ਤੇਲ ਭਾਰਤ 1 ਮਹੀਨੇ 'ਚ ਖਰੀਦਦਾ ਰੂਸ ਤੋਂ, ਯੂਰਪ ਵਾਲੇ 1 ਦਿਨ 'ਚ ਖਰੀਦ ਰਹੇ ਆ, ਅਤੇ ਸਾਨੂੰ ਕਹਿੰਦੇ ਤੁਸੀਂ ਤੇਲ ਨਾ ਖਰੀਦੋ। ਔਰ ਤੁਹਾਨੂੰ ਹੈਰਾਨੀ ਇਸ ਤੋਂ ਵੀ ਜ਼ਿਆਦਾ ਹੋਏਗੀ ਕਿ ਇਹ ਰੂਸ ਦੀ ਸਰਕਾਰ ਨੇ ਇਹ ਕਿਹਾ ਕਿ ਲੜਾਈ ਤੋਂ ਬਾਅਦ ਅਮਰੀਕਾ ਨੇ 43% ਜ਼ਿਆਦਾ ਤੇਲ ਖਰੀਦਣਾ ਸ਼ੁਰੂ ਕਰਤਾ ਰੂਸ ਤੋਂ, ਲੇਕਿਨ ਦੂਜਿਆਂ ਨੂੰ ਨਸੀਹਤ ਦੇ ਰਿਹਾ ਕਿ ਤੁਸੀਂ ਜਿਹੜਾ ਹੈਗਾ ਉਹਨਾਂ ਤੋਂ। ਤਾਂ ਇਹ ਤਾਂ ਨਹੀਂ ਨਾ ਹੋ ਸਕਦਾ ਕਿ ਕਹੋ ਕੁਛ ਅਤੇ ਕਰੋ ਕੁਛ। ਤਾਂ ਇਸ ਕਰਕੇ ਭਾਰਤ ਜਿਹੜਾ ਉਹ ਨਹੀਂ ਮੰਨ ਰਿਹਾ ਉਹਨਾਂ ਦੀ ਗੱਲ। ਤਾਂ ਲੇਕਿਨ ਇੱਕ ਸਮੱਸਿਆ ਹੈਗੀ ਹੈ ਕਿ ਭਾਰਤ ਦਾ ਜਿਹੜਾ ਚੀਨ ਦੇ ਨਾਲ ਜਿਹੜਾ ਹੈਗਾ ਉਹ ਮਤਲਬ ਇੱਕ ਬਾਰਡਰ ਦਾ ਜਿਹੜਾ ਇੱਕ ਝਗੜਾ ਹੈਗਾ। ਹੁਣ ਇਸ ਕਰਕੇ ਇਹ ਸਾਡਾ ਇੱਕ ਜਿਹਨੂੰ ਆਪਾਂ ਕਹੀਏ ਕਿ ਜਿਹੜੀ ਦੁੱਖ ਦੀ ਰੱਖ ਹੈ ਕਿ ਜਿੱਥੇ ਅਮਰੀਕਾ ਕਹਿੰਦਾ ਕਿ ਦੇਖੋ ਜੀ ਰੂਸ ਦੇ ਖਿਲਾਫ ਤਾਂ ਸਾਨੂੰ ਚੱਕ ਨਹੀਂ ਸਕਦੇ, ਕਿਉਂਕਿ ਰੂਸ ਨੇ ਤਾਂ ਆਮ ਭਾਰਤੀ ਦੇ ਵਿੱਚ ਇਹ ਹੈ ਭਾਵਨਾ ਕਿ ਰੂਸ ਸਾਡਾ ਮਿੱਤਰ ਹੈ, ਸਾਡੇ ਨਾਲ ਖੜਿਆ ਹਰ, ਤਾਂ ਰੂਸ ਦੇ ਵਿਰੁੱਧ ਤਾਂ ਨਹੀਂ ਭਾਵਨਾ ਜਗਾਈ ਜਾ ਸਕਦੀ। ਲੇਕਿਨ ਚਾਈਨਾ ਦੇ ਖਿਲਾਫ ਸਾਨੂੰ ਮਤਲਬ ਜਿਹੜਾ ਇਹ ਕਿਸੇ ਵੇਲੇ ਵੀ ਉਕਸਾਇਆ ਜਾ ਸਕਦਾ, ਦੇਖੋ ਤੁਹਾਡਾ ਇਲਾਕਾ ਲੈ ਲਿਆ ਤੁਹਾਡਾ। ਹੁਣ ਸਾਨੂੰ ਇਸ ਚੀਜ਼ ਤੋਂ ਦੇਖਣਾ ਭਾਰਤ ਨੂੰ ਕਿ ਆਪਾਂ ਠੀਕ ਹੈ ਕਿ ਚੀਨ ਨਾਲ ਸਾਡਾ ਜਿਹੜਾ ਹੈਗਾ ਝਗੜਾ ਚੱਲ ਰਿਹਾ ਬਾਰਡਰ ਦਾ, ਲੇਕਿਨ ਜਦੋਂ ਅਸੀਂ ਸਮੁੱਚੇ ਤੌਰ 'ਤੇ ਦੇਖਦੇ ਹਾਂ ਜਦੋਂ ਕਿ ਕਿਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਜਿਹੜਾ ਹੈ ਵਿਵਸਥਾ ਹੋਵੇ, ਕਿਸ ਤਰ੍ਹਾਂ ਦਾ ਵਰਲਡ ਦੇ ਵਿੱਚ ਆਰਡਰ ਹੋਵੇ, ਉਹਦੇ ਵਿੱਚ ਸਾਡੀ ਚੀਨ ਨਾਲ ਸਾਂਝ ਹੈ ਕਿ ਅਸੀਂ ਵੀ ਉਹੀ ਚਾਹੁੰਦੇ ਜੋ ਚੀਨ ਚਾਹ ਰਿਹਾ ਕਿ ਜਿਹੜੀ ਵੈਸਟਰਨ ਡੋਮੀਨੇਸ਼ਨ ਹੈ, ਜਿਹੜੀ ਨਾ ਬਰਾਬਰੀ ਵਾਲੀ ਹੈ, ਜਿਹੜੀ ਇਹਦੀ ਥਾਂ 'ਤੇ ਇੱਕ ਮਲਟੀਪੋਲਰ ਜਿਹੜਾ ਵਰਲਡ ਸਿਸਟਮ ਜਿਹੜਾ ਉਹ ਬਣਨਾ ਚਾਹੀਦਾ। ਇਹ ਚੀਨ ਦੇ ਵੀ ਹਿੱਤ 'ਚ ਹੈ, ਰੂਸ ਦੇ ਵੀ ਹਿੱਤ 'ਚ ਹੈ, ਭਾਰਤ ਦੇ ਵੀ ਇਹੀ ਹਿੱਤ 'ਚ ਹੈ। ਤਾਂ ਇਸ ਕਰਕੇ ਸਾਨੂੰ ਇਹ ਜਿਹੜਾ ਨਾ ਬੜਾ ਇਸ ਚੀਜ਼ ਨੂੰ ਮਤਲਬ ਆਪਣੇ ਬੁਨਿਆਦੀ ਹਿੱਤ ਜਿਹੜੇ ਲੋਕਾਂ ਦੇ ਜਾਂ ਭਾਰਤ ਨੂੰ ਆਪਣੇ ਨਿਸ਼ਚਿਤ ਕਰਨੇ ਨਿਰਧਾਰਿਤ ਕਰਨੇ ਚਾਹੀਦੇ, ਸਾਨੂੰ ਆਪ ਡਿਫਾਈਨ ਕਰਨੇ ਚਾਹੀਦੇ ਨੇ ਕਿ ਸਾਡੇ ਫੰਡਾਮੈਂਟਲ ਇੰਟਰਸਟ ਕੀ ਹੈ, ਸਾਡੇ ਲੋਕਾਂ ਦਾ ਇੰਟਰਸਟ ਕੀ ਹੈ। ਤਾਂ ਜਦੋਂ ਅਸੀਂ ਉਹ ਕਰ ਲਾਂਗੇ ਤਾਂ ਫਿਰ ਸਾਨੂੰ ਲੱਗੇਗਾ ਠੀਕ ਹੈ ਵੀ ਚੀਨ ਨਾਲ ਸਾਡਾ ਝਗੜਾ ਚੱਲ ਰਿਹਾ, ਇਹ ਵੀ ਸੱਚਾਈ ਹੈ, ਔਰ ਉਹਦਾ ਝਗੜੇ ਦਾ ਹੱਲ ਵੀ ਹੋਣਾ ਚਾਹੀਦਾ, ਇਹ ਵੀ ਸੱਚਾਈ ਹੈ। ਲੇਕਿਨ ਉਸ ਦੇ ਬਾਵਜੂਦ ਅਸੀਂ ਅਮਰੀਕਾ ਜਾਂ ਪੱਛਮੀ ਦੇਸ਼ਾਂ ਦਾ ਸਾਥ ਨਹੀਂ ਦੇ ਸਕਦੇ, ਕਿਉਂਕਿ ਇਸ ਲੜਾਈ ਦੇ ਵਿੱਚ ਕਿਉਂਕਿ ਇਹ ਲੜਾਈ ਹੋ ਰਹੀ ਹੈ ਇੱਕ ਧਰੂਵੀ ਸੰਸਾਰਿਕ ਵਿਵਸਥਾ ਨੂੰ, ਯੂਨੀਪੋਲਰ ਵਰਲਡ ਨੂੰ ਮਲਟੀਪੋਲਰ ਵਰਲਡ 'ਚ ਬਦਲਣ ਦੀ। ਇਹ ਲੜਾਈ ਤੋਂ ਬਾਅਦ ਜਿਹੜਾ ਹੈਗਾ
ਇਹ ਸੰਸਾਰ ਇਹੋ ਜਿਹਾ ਨਹੀਂ ਹੋਏਗਾ ਜਿਸ ਤਰ੍ਹਾਂ ਦਾ ਹੁਣ ਹੈ, ਬੁਨਿਆਦੀ ਤੌਰ ਤੇ ਬਦਲ ਜਾਏਗਾ। ਕਿ ਜਿਹੜੀ ਇਹ ਤੁਸੀਂ ਦੇਖ ਲੈਣਾ ਕਿ ਲੜਾਈ ਦੀ ਜਿਹੜੀ ਆਊਟਕਮ ਹੈ, ਲੜਾਈ ਤੋਂ ਬਾਅਦ ਇੱਕ ਵੱਖਰੀ ਤਰ੍ਹਾਂ ਦਾ ਸੰਸਾਰ ਜਿਹੜਾ ਹੋਣ ਚਾਹੇਗਾ। ਹੁਣ ਖਤਰਾ ਕੀ ਹੈ? ਖਤਰਾ ਇਹ ਹੈਗਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜੀ ਬਦਲਾਅ ਹੈਗਾ ਯੂਨੀਪੋਲਰ ਵਰਲਡ ਤੋਂ ਮਲਟੀਪੋਲਰ ਵਰਲਡ, ਇਹ ਪੀਸਫੁਲੀ ਹੋ ਜਾਏ। ਕਿਉਂਕਿ ਦੂਜਾ ਜੇ ਪੀਸਫੁਲੀ ਨਹੀਂ ਹੁੰਦਾ ਤਾਂ ਇੱਕ ਨਿਊਕਲੀਅਰ ਵਾਰ ਜਿਹੜੀ ਹੈਗੀ ਹੈ, ਥਰਡ ਵਰਲਡ ਵਾਰ ਜਿਹੜੀ ਹੈ, ਉਹ ਲੱਗ ਸਕਦੀ ਹੈ, ਜਿਹਦੇ 'ਚ ਸਾਰੇ ਲਗਭਗ ਸਾਰੀ ਦੁਨੀਆ ਤਬਾਹ ਹੋਣ ਦਾ ਖਤਰਾ ਹੈ। ਜੇ ਕੋਈ ਕਵੇ ਨਹੀਂ ਜੀ ਐਂ ਤਾਂ ਵਧਾ ਚੜਾ ਕੇ ਗੱਲ ਕੀਤੀ ਜਾਂਦੀ ਹੈ, ਨਹੀਂ, ਇਹ ਵਧਾ ਚੜਾਈ ਗੱਲ ਨਹੀਂ ਹੈ, ਸੱਚੀ ਮੁੱਚੀ ਖਤਰਾ ਹੈਗਾ ਕਿ ਇਹ ਲੜਾਈ, ਕਿਉਂਕਿ ਜੋ ਲੜਾਈ ਸ਼ੁਰੂ ਹੁੰਦੀ ਹੈ ਤੇ ਕਈ ਵਾਰੀ ਜਿੰਨਾ ਤੁਸੀਂ ਲੜਨਾ ਚਾਹੁੰਦੇ ਹੋ ਉਹ ਲੜਾਈ ਉਸ ਤੋਂ ਵੱਧ ਜਾਂਦੀ। ਆਪਾਂ ਆਮ ਹੀ ਦੇਖਿਆ ਕਿ ਜੋ ਦੋ ਬੰਦਿਆਂ ਦੀ ਵੀ ਲੜਾਈ ਹੁੰਦੀ, ਉਹਨਾਂ ਉਹ ਇੱਕ ਆਪਸ 'ਚ ਇੱਕ ਦੂਜੇ ਨੂੰ ਗਿਲਾ ਹੀ ਕਰਨਾ ਹੁੰਦਾ ਤੇ ਮਾਰ ਕੁਟਾਈ ਦੇ ਗੱਲ ਪਹੁੰਚ, ਹਾਲਾਂਕਿ ਕਿਸੇ ਦੀ ਨੀਅਤ ਨਹੀਂ ਹੁੰਦੀ ਕਿ ਲੜਾਈ ਵਧਾਉਣ ਦੀ, ਲੇਕਿਨ ਜਦੋਂ ਕੋਈ ਲੜਾਈ ਸ਼ੁਰੂ ਹੋਏ ਤਾਂ ਵੱਧ ਵੀ ਸਕਦੀ ਹੈ। ਤੋ ਇਸ ਕਰਕੇ ਇਹ ਇੱਕ ਖਤਰਾ ਹੈਗਾ ਕਿ ਇਹ ਜਿਹੜੀ ਲੜਾਈ ਹੈ ਇਹ ਇੱਕ ਤੀਸਰੇ ਵਰਲਡ ਵਾਰ, ਥਰਡ ਵਰਲਡ ਵਾਰ, ਜਿਹੜੀ ਨਿਊਕਲੀਅਰ, ਜਿਹੜੀ ਬਹੁਤ ਜ਼ਿਆਦਾ ਤਬਾਹੀ ਕਰ ਸਕਦੀ ਹੈ, ਉਹਦੇ ਰੂਪ ਵਿੱਚ ਬਦਲ ਸਕਦੀ ਹੈ। ਤੋ ਭਾਰਤ ਦੀ ਇੱਕ ਇਹ ਵੀ ਭੂਮਿਕਾ ਹੈਗੀ ਹੈ ਕਿ ਭਾਰਤ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਕੋਸ਼ਿਸ਼ ਕਰੇ ਕਿ ਸੰਸਾਰ ਅਮਨ ਜਿਹੜਾ ਹੈਗਾ ਕਾਇਮ ਰਹੇ। ਔਰ ਕਿਹੜਾ ਦੇਸ਼ ਕਰ ਸਕਦਾ ਕਿ ਜਿਹਦੇ ਦੋਨਾਂ ਧਿਰਾਂ ਦੇ ਨਾਲ ਅੱਛੇ ਸੰਬੰਧ ਹੋਣ। ਭਾਰਤ ਦੇ ਅੱਛੇ ਸੰਬੰਧ ਹੈ, ਅਮਰੀਕਾ ਨਾਲ ਵੀ ਆ, ਯੂਰਪ ਨਾਲ ਵੀ ਸਾਡੇ ਚੰਗੇ ਰਿਲੇਸ਼ਨ ਹੈ, ਰਸ਼ੀਆ ਨਾਲ ਵੀ ਸਾਡੇ ਚੰਗੇ ਰਿਲੇਸ਼ਨ ਹੈ। ਤੋ ਅਸੀਂ ਇੱਕ ਉਹ ਭੂਮਿਕਾ ਨਿਭਾ ਸਕਦੇ ਹਾਂ ਕਿ ਅਸੀਂ ਜਿਹੜਾ ਹੈ ਦੋਵਾਂ ਧਿਰਾਂ ਨੂੰ ਆਪਾਂ ਸਮਝਾਈਏ ਕਿ ਨਹੀਂ ਭਾਈ ਲੜੋ ਜੋ ਮਰਜ਼ੀ, ਲੇਕਿਨ ਦੁਨੀਆ ਘੱਟੋ ਘੱਟ ਤਬਾਹ ਤਾਂ ਨਾ ਕਰੋ, ਹੈ ਜੀ। ਤੋ ਅਸੀਂ ਹੁਣ ਜਿਸ ਤਰ੍ਹਾਂ ਕਿ ਰੂਸ ਹੈਗਾ ਕਿ ਹੁਣ ਦੇਖੋ, ਹੁਣ ਰੂਸ ਨੂੰ ਇਹਨਾਂ ਨੇ ਸਾਰਿਆਂ ਨੇ ਮਤਲਬ ਮਿਲ ਕੇ ਇੱਕ ਤਰ੍ਹਾਂ ਘੇਰਿਆ ਹੋਇਆ ਔਰ ਇਹਨਾਂ ਨੇ ਸਾਫ਼ ਜ਼ਾਹਰ ਕਰਦਾ ਕਿ ਅਸੀਂ ਉਹਨੂੰ ਕਮਜ਼ੋਰ ਕਰਨਾ ਚਾਹੁੰਦੇ। ਹੁਣ ਰੂਸ ਕੀ ਕਰੇ? ਜੇ ਉਹਨੂੰ ਉਹਦੀ ਹੋਂਦ ਨੂੰ ਖਤਰਾ ਹੈਗਾ ਤੇ ਉਹ ਜਿਹੜਾ ਵੀ ਉਹਦੇ ਕੋਲ ਹਥਿਆਰ ਉਹ ਵਰਤੇਗਾ। ਤੋ ਭਾਰਤ ਰੂਸ ਨੂੰ ਇਹ ਕਹੇ ਕਿ ਦੇਖੋ ਇਹ ਤਾਂ ਤੁਹਾਡੀ ਜਾਇਜ਼ ਗੱਲ ਹੈ ਕਿ ਜੇ ਤੁਹਾਡੀ ਐਗਜ਼ਿਸਟੈਂਸ ਨੂੰ ਖਤਰਾ ਹੈ, ਤੁਹਾਡੀ ਹੋਂਦ ਨੂੰ ਖਤਰਾ, ਫਿਰ ਜਿਹੜਾ ਵੀ ਤੁਹਾਡੇ ਕੋਲ ਹਥਿਆਰ ਹੈ ਤੁਸੀਂ ਵਰਤੋਗੇ। ਇਹ ਤਾਂ ਲੇਕਿਨ ਉਸ ਤੋਂ ਬਿਨਾਂ ਜੇ ਤੁਸੀਂ ਕਹੋਗੇ ਲੜਾਈ ਨੂੰ ਜਲਦੀ ਖਤਮ ਕਰ ਦਈਏ ਤੇ ਆਪਾਂ ਮਤਲਬ ਜਿਹੜਾ ਵੀ ਹਥਿਆਰ ਵਰਤ ਲਈਏ, ਇਹ ਨਾ ਕਰੋ। ਇੱਦਾਂ ਦਾ ਆਪਾਂ ਭੂਮਿਕਾ ਨਿਭਾ ਸਕਦੇ ਹਾਂ। ਤੋ ਸਮੁੱਚੇ ਤੌਰ 'ਤੇ ਮੈਂ ਆਪਣੀ ਗੱਲ ਇੱਥੇ ਖਤਮ ਕਰਨਾ ਹੈ ਕਿ ਆਪਾਂ ਜਿਹੜਾ ਦੋ ਤਰ੍ਹਾਂ ਨਾਲ ਆਪਾਂ ਕਿ ਇੱਕ ਤਾਂ ਇਹ ਹੈ ਕਿ ਸੱਚ ਕੀ ਹੈ, ਔਰ ਇਹਦੇ ਵਿੱਚ ਜਿਹੜਾ ਰੂਸ ਨੂੰ ਜਿਹੜਾ ਪੱਛਮੀ ਮੀਡੀਆ ਜਿਹੜਾ ਬਦਨਾਮ ਕਰ ਰਿਹਾ ਹੈ, ਇੱਕ ਪਾਸੜ ਜਿਹੜੀ ਹੈਗੀ ਜਾਣਕਾਰੀ ਦੇ ਰਿਹਾ, ਅਸੀਂ ਇਹ ਨਾ ਕਰੀਏ। ਅਸੀਂ ਪੂਰਾ ਸੱਚ ਜਿਹੜਾ ਹੈ, ਭਾਰਤ ਪੂਰਾ ਸੱਚ ਸਾਹਮਣੇ ਲਿਆ ਸਕਦਾ। ਅਸੀਂ ਇਸ ਅਵਸਥਾ ਦੇ ਵਿੱਚ ਹੈਗੇ ਹਾਂ। ਦੂਸਰੀ ਚੀਜ਼ ਕਿ ਅਸੀਂ ਜਿਹੜਾ ਇਸ ਲੜਾਈ ਨੂੰ ਥਰਡ ਵਰਲਡ ਵਾਰ, ਖਾਸ ਕਰਕੇ ਨਿਊਕਲੀਅਰ ਵਾਰ ਹੋਣ ਤੋਂ ਬਚਾਈਏ। ਤੋ ਇਹ ਅੱਜ ਮੈਂ ਇਸ ਕਰਕੇ ਜਿਹੜੀ ਅੱਜ ਤੁਹਾਡੇ ਨਾਲ ਇਹ ਜਿਹੜੀ ਗੱਲ ਕੀਤੀ ਸੀ ਕਿ ਤੁਸੀਂ ਸਾਰੇ ਜਿਹੜੇ ਆਪਾਂ ਇਹ ਸਾਰਾ ਸਾਡਾ ਸਾਂਝਾ ਜਿਹੜਾ ਉਦਮ ਹੈ, ਆਪਾਂ ਮਿਲ ਕੇ ਜਿਹੜਾ ਹੈ ਇਹ ਸੁਨੇਹਾ ਦੇਣਾ ਹੈ। ਬਹੁਤ ਬਹੁਤ ਧੰਨਵਾਦ। ਤੁਹਾਡਾ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਿ ਆਪਾਂ ਸਾਰੇ ਮਿਲ ਕੇ ਇਹ ਜਿਹੜਾ ਇਹ ਯੂਕਰੇਨ ਜਿਹੜੀ ਰੂਸ ਜੋ ਲੜਾਈ ਹੋ ਰਹੀ ਹੈ ਇਹਦੇ ਬਾਰੇ ਕੋਸ਼ਿਸ਼ ਕਰਾਂਗੇ ਕਿ ਆਪਾਂ ਸੱਚ ਪਹਿਲਾਂ ਆਪ ਸਮਝੀਏ, ਫਿਰ ਲੋਕਾਂ ਨੂੰ ਦੱਸੀਏ। ਕਿਉਂਕਿ ਇੱਕ ਬਹੁਤ ਵੱਡਾ ਲੜਾਈ ਦਾ ਜਿਹੜਾ ਹਿੱਸਾ ਹੈਗਾ ਅੱਜ, ਉਹ ਇਨਫੋਰਮੇਸ਼ਨ ਵਾਰ ਹੋ ਰਹੀ ਹੈ ਕਿ ਜਿਹੜੇ ਸਾਨੂੰ ਪਤਾ ਹੈ ਕਿ ਜਿਹੜਾ ਮੀਡੀਆ 'ਤੇ ਜਿਹੜਾ ਕੰਟਰੋਲ ਹੈ ਉਹ ਪੱਛਮੀ ਦੇਸ਼ਾਂ ਦਾ ਹੈ। ਤੋ ਸਾਰੇ ਦੇ ਸਾਰੇ ਜਿਹੜੀ ਹੈ ਇੱਕ ਪਾਸੜ ਜਿਹੜੀ ਹੈ ਵਨ ਸਾਈਡਡ ਸਟੋਰੀ ਦੱਸੀ ਜਾ ਰਹੀ ਹੈ। ਉਹ ਮਤਲਬ ਰੂਸ ਦੇ ਵਿਰੁੱਧ ਔਰ ਯੂਕਰੇਨ ਦੇ ਹੱਕ 'ਚ ਜਿਹੜਾ ਸਾਰਾ ਪ੍ਰੋਪੇਗੰਡਾ ਹੋ ਰਿਹਾ। ਤੋ ਆਪਾਂ ਜਿਹੜਾ ਮੁੱਖ ਤੌਰ 'ਤੇ ਮੇਰਾ ਇੱਥੇ ਆਉਣ ਦਾ ਜਿਹੜਾ ਸੀਗਾ ਦੋ ਮੰਤਵ ਸੀਗੇ। ਇੱਕ ਤਾਂ ਕਿ ਇਸ ਦਾ ਜਿਹੜਾ ਪੂਰਾ ਸੱਚ ਜਿਹੜਾ ਆਪਾਂ ਜਾਣ ਸਕੀਏ। ਦੂਸਰਾ ਹੈਗਾ ਕਿ ਵੀ ਇਹਦੇ ਲੜਾਈ ਦੇ ਵਿੱਚ ਭਾਰਤ ਦੀ ਕੀ ਭੂਮਿਕਾ ਹੋ ਸਕਦੀ ਹੈ। ਤੋ ਇਹ ਦੋ ਚੀਜ਼ਾਂ 'ਤੇ ਮੈਂ ਜਿਹੜੀ ਆਪਣੀ ਗੱਲਬਾਤ ਜਿਹੜੀ ਫੋਕਸ ਕਰਨ ਦਾ ਯਤਨ ਕਰਾਂ। ਤੋ ਪਹਿਲੀ ਚੀਜ਼ ਹੈ ਕਿ ਯੂਕਰੇਨ ਦੀ ਜਿਹੜੀ ਸਾਨੂੰ ਜਿਹੜਾ ਇੱਕ ਬਰੀਫ ਹਿਸਟਰੀ ਜਾਂ ਸੰਖੇਪ ਇਤਿਹਾਸ ਜਾਣਨ ਦੀ ਲੋੜ ਹੈ ਕਿ ਜਿਹੜਾ ਅੱਜ ਦਾ ਜਿਹੜਾ ਯੂਕਰੇਨ ਦਾ ਇਲਾਕਾ ਹੈਗਾ, ਇੱਥੇ ਲਗਾਤਾਰ 35,000 ਸਾਲ ਤੋਂ ਲੋਕ ਵਸ ਰਹੇ ਆ, ਲੇਕਿਨ ਕਦੀ ਵੀ ਯੂਕਰੇਨ ਨਾਂ ਦਾ ਕੋਈ ਦੇਸ਼ ਨਹੀਂ ਸੀਗਾ। ਇਹ ਬਹੁਤ ਸਾਰੀਆਂ ਇੱਥੇ ਸੱਭਿਅਤਾਵਾਂ ਆਈਆਂ, ਬਹੁਤ ਸਾਰੀਆਂ ਜਿਹੜੇ ਰਾਜ ਜਾਂ ਹਕੂਮਤਾਂ ਦਾ ਹਿੱਸਾ ਰਿਹਾ ਹੈਗਾ। ਉਦਾਹਰਨ ਦੇ ਤੌਰ 'ਤੇ ਕਿ 13ਵੀਂ ਸਦੀ 'ਚ ਮੰਗੋਲਾਂ ਨੇ ਇਲਾਕਾ ਜਿੱਤ ਲਿਆ ਸੀਗਾ।
तो उस तो बाद फिर ये जिहड़ा पोलैंड एक बड़ा वड्डा राज सी यूरोप, उहदा हिस्सा रहा। आस्ट्रिया हंगरी एक जिहड़ी अंपायर रही है यूरोप की, उहदा हिस्सा रहा। फिर जिहड़ी तुर्की की जी आटोमान अंपायर जिहड़ी है उहदा हिस्सा रहा। फिर ये जिहड़ा जार जिहड़ा रूस के उन्होंने इलाका जिहड़ा जित लिया, तो उहदा उदों तो ये रूस का हिस्सा बन गया। लेकिन कभी भी जिस तरह मैं कहा कि यूक्रेन कभी एक देश नहीं सी। हुण यूक्रेन देश किहने बनाया? यूक्रेन देश 1917 ਦੇ ਵਿੱਚ ਜਿਹੜਾ है ਲੈਨਨ ने बनाया, रूस ने बनाया। और ਜਿਹੜਾ ਆਪਾਂ ਕ੍ਰੀਮੀਆ ਦੀ ਗੱਲ ਹੋਈ ਹੈ 2014 ਚ, ਕਹਿੰਦੇ ਕ੍ਰੀਮੀਆ ਜੀ रूस ने ਲੈ ਲਿਆ। 1954 ਦੇ ਵਿੱਚ क्रुश्चोव ने आप ਜਿਹੜਾ ਹੈਗਾ ਕ੍ਰੀਮੀਆ ਨੂੰ मतलब रूस ਇਹਦਾ यूक्रेन ਦਾ ਹਿੱਸਾ ਬਣਾਇਆ। तो ये हमेशा ਜਿਹੜਾ ਹੈਗਾ 1922 ਦੇ ਵਿੱਚ 1917 ਦੇ ਵਿੱਚ ਜਿਹੜਾ यूक्रेन देश दुनिया 'ਚ ਹੋਣ ਚਾਹੁੰਦਾ ਹੈਗਾ, ਜਿਹੜਾ ਉਹ ਲੈਨਨ ने ਜਿਹੜਾ रूस ने बनाया, तो 1922 ਦੇ ਵਿੱਚ सोवियत यूनियन ਦਾ ਹਿੱਸਾ ਬਣ ਗਿਆ। 1991 ਦੇ ਵਿੱਚ ਜਿਹੜਾ ਹੈ ਇਹ ਜਦੋਂ सोवियत यूनियन ਦੇ ਟੁੱਟਣ ਤੋਂ ਬਾਅਦ ਇਹ ਇੱਕ ਇੰਡੀਪੈਂਡੈਂਟ ਜਿਹੜਾ ਕੰਟਰੀ ਬਣਦਾ ਹੈ। ਹੁਣ ਗੱਲ ਇਹ ਹੈਗੀ ਕਿ 1991 ਦੇ ਵਿੱਚ ਜਿਹੜਾ ਹੈ ਇਹ ਨਾਟੋ ਨੇ ਜਾਂ ਪੱਛਮੀ ਦੇਸ਼ਾਂ ਨੇ रूस ਨੂੰ ਉਸ ਵੇਲੇ सोवियत यूनियन ਨੂੰ ਭਰੋਸਾ ਦਿਵਾਇਆ ਸੀ, सोवियत यूनियन ਦੇ ਟੁੱਟਣ ਤੋਂ ਪਹਿਲਾਂ, ਕਿ ਅਸੀਂ ਕਦੇ ਵੀ ਜਿਹੜੇ ਵੀ ਦੇਸ਼ सोवियत यूनियन ਤੋਂ ਟੁੱਟਣਗੇ ਉਹਨਾਂ ਨੂੰ ਨਾਟੋ ਦਾ ਮੈਂਬਰ ਨਹੀਂ ਬਣਾਵਾਂਗੇ। ਉਹ ਕਹਿੰਦੇ ਦੇਖੋ ਨਾਟੋ ਤਾਂ ਅਸੀਂ सोवियत यूनियन ਦੇ ਅਗੇਂਸਟ ਬਣਾਇਆ ਸੀ, जब हुण सोवियत यूनियन ही नहीं रहा तो फिर नाटो का तो कोई काम ही नहीं, सानू की लोड़ है जिहड़ा होर इहदा विस्तार करन दी। लेकिन इन्होंने बिल्कुल उल्ट किया कि लगातार जिन्ने देश सोवियत यूनियन तो टुटे सारिਆਂ ਨੂੰ नाटो का मैंबर बनाते गए। हुण जिहड़ा यूक्रेन है ਉਹਦੀ रूस नाल बहुत वड्डी सांझ है। एक तो यह है कि हुण जिहड़ा यूक्रेन एक बहुत वड्डा देश है यूरोप का, कि जिहड़ा हैगा जे आपां एरिया के हिसाब नाल लैंदे आ तो रूस तो बाद यूरोप का सब तो वड्डा देश यूक्रेन है। यूक्रेन का जिहड़ा एरिया हैगा तकरीबन 6 लाख किलोमीटर स्क्वेयर हैगा। तुसीं उहदा अंदाज़ा लाओ भी किड्डा क वड्डा देश है। पंजाब जिहड़ा 50,000 लगभग 50,000 स्क्वेयर किलोमीटर है साडा एरिया, तो साडे नालों 12 गुणा पंजाब नालों वड्डा और बहुत वड्डा देश है यूक्रेन। और फिर जिहड़ा एग्रीकल्चर दे जिहड़ी यूरोप की सब तो ज़्यादा जिहड़ा बेस यूक्रेन च है, जिहनूं आपां कहिए ब्रैड बास्कट है उतों दी। लेकिन ये हमेशा जिहड़ा सभ्याचारक तौर पर धार्मिक तौर पर ये जिन्हों आप एक सलाविक नस्ल कहने उहदा हिस्सा है। तो रूस नाल इहदी भी सांझ है कि दोनों मतलब इक्को नस्ल के देश है। फिर इन्हां दा धर्म भी इक्को है कि जिहड़ा इहनूं कहंदे ईस्टर्न ऑर्थोडॉक्स क्रिश्चियनिटी, ये दोनों जिहड़े ने ईस्टर्न ऑर्थोडॉक्स क्रिश्चियनिटी के सेंटर ने। तो रशिया नाल उन्हां दी बहुत वड्डी सांझ है। अच्छा, जिहड़ी रशियन तकरीबन सारे यूक्रेनियन जिहड़े लोग ने वो रशियन बोलते हैं, रशियन समझते हैं सारे। लेकिन जिहड़ा पूर्वी हिस्सा यूक्रेन का वो तो रूसी मूल के लोग वसते हैं। रूस दे मतलब दो वड्डियां जे कहिए ना यूक्रेन की जिहड़ी आबादी हैगी है तकरीबन 80% जिहड़े ने वो यूक्रेनियन नस्ल के आ, तो 18% के करीब जिहड़े हैगे ने वो रूसी ने। लेकिन जिहड़े रूस वाले जिहड़े लोग ने रूसी बोलदे वो पूर्व दे विच ने ज़्यादा, उन्हां दा जिहड़ा उन्होंने डॉनबास का एरिया कहते हैं। तो उहदे विच भी अगों दो इलाके ने जिन्होंने डोनेट्स्क ते लुशांक कहते हैं, उत्थे उन्हां दी ज़्यादा संघनी वसों हैगी। लेकिन इन्हां दे बहुत ज़्यादा रिश्ते जिहड़े ने दोस्ताना रहे ने, मित्राना रहे ने। तो यही कहते भी असीं तां इक्को जिहे लोग हैगे हैं, तो कभी इन्हां दी आपस च कभी लड़ाई नहीं हुई। लेकिन लड़ाई कदों शुरू होंदी है? ये लड़ाई जिहड़ी है जिहड़े इहदे बीज जिहड़े ने 2004 दे विच जिहड़े बीजे जाते हैं कि जदों एक उन्होंने तुसीं सुनिया होवेगा, उन्होंने कहते ऑरेंज रेवोल्यूशन जिहड़ा यूक्रेन दे विच आंदा 2004 दे विच, कि उस वेले भी जिहड़ी सरकार हैगी है वो मतलब रूस नाल दोस्ती चाहती है। यूनाकोविच जिहड़ा एक बड़ा वड्डा लीडर है उहदी सरकार है। लेकिन 2004 उहदे विरुद्ध जिहड़ा एक मतलब जिहड़ी अमरीका की जिहड़ी खुफिया एजेंसी है CIA, इन्हां ने मुख्य तौर पर जाके उत्थे उहदे विरुद्ध एक जिहड़ा ये शुरू करती मुहिम जिन्हों आपां ऑरेंज रेवोल्यूशन कहने। तो उहदे विच उहदा जिहड़ा हैगा
ਉਸ ਤੋਂ ਬਾਅਦ ਫਿਰ ਜਿਹੜੀਆਂ ਅਮਰੀਕਾ ਪੱਖੀ ਜਿਹੜੀਆਂ ਸਰਕਾਰਾਂ ਹੋਣ ਚਾਹੀਦੀਆਂ। ਲੇਕਿਨ 2010 ਦੇ ਵਿੱਚ ਫਿਰ ਜਿਹੜਾ ਹੈਗਾ ਇੱਕ ਇਲੈਕਸ਼ਨ ਹੁੰਦੀ ਹੈ, ਜਿਹਦੇ ਵਿੱਚ ਦੁਬਾਰਾ ਜਿਹੜਾ ਹੈਗਾ ਯੂਨਾਕੋ ਵਿੱਚ ਜਿਹੜਾ ਰੂਸ ਨਾਲ ਮਿੱਤਰਤਾ ਚਾਹੁੰਦਾ ਉਹ ਜਿੱਤ ਜਾਂਦਾ, ਫਿਰ ਉਹਦੀ ਸਰਕਾਰ ਬਣ ਜਾਂਦੀ ਹੈ। ਤਾਂ ਉਹਦੇ ਖਿਲਾਫ ਇਹਨਾਂ ਨੇ ਫਿਰ ਜਿਹੜਾ ਹੈ CIA ਨੇ ਲੋਕਾਂ ਨੂੰ ਉਕਸਾਉਣਾ ਸ਼ੁਰੂ ਕੀਤਾ। 2014 ਦੇ ਵਿੱਚ ਫਿਰ ਇੱਕ ਮਤਲਬ ਜਿਹਨੂੰ ਕਹਿੰਦੇ ਬਗਾਵਤ ਹੁੰਦੀ ਹੈ, ਉਹ ਬੜੀ ਖੂਨੀ ਬਗਾਵਤ ਹੁੰਦੀ ਹੈ ਉੱਥੇ। ਤਾਂ ਉਦੋਂ ਤੋਂ ਬਾਅਦ ਹੀ ਜਿਹੜਾ ਝਗੜਾ ਸ਼ੁਰੂ ਹੋ ਜਾਂਦਾ 2014। ਹੁਣ ਜਿਹੜੇ ਲੋਕ ਕਹਿੰਦੇ ਰੂਸ ਤੇ ਯੂਕਰੇਨ ਲੜਾਈ ਹੋ ਰਹੀ ਹੈ, ਇਹ ਲੜਾਈ ਹੁਣ ਨਹੀਂ 2022 'ਚ ਨਹੀਂ ਸ਼ੁਰੂ ਹੋਈ, ਇਹ ਲੜਾਈ 2014 'ਚ ਸ਼ੁਰੂ ਹੋ ਗਈ। ਅਤੇ ਉਹਦੇ ਵਿੱਚ ਜਿਹੜਾ ਯੂਨਾਕੋ ਵਿੱਚ ਜਿਹੜਾ ਹੈਗਾ ਜਿਹੜਾ ਰੂਸ ਨਾਲ ਦੋਸਤੀ ਚਾਹੁੰਦਾ, ਉਹਦੀ ਜਿਹੜੀ ਚੁਣੀ ਹੋਈ ਸਰਕਾਰ ਉਹਦਾ ਤਖਤਾ ਪਲਟ ਕੇ ਅਤੇ ਬਗਾਵਤ ਕਰਾ ਕੇ ਅਤੇ ਜਿਹੜੀ ਉਹ ਸ਼ਕਤੀਆਂ ਆ ਜਾਂਦੀਆਂ ਯੂਕਰੇਨ ਦੇ ਵਿੱਚ, ਜਿਹਨੂੰ ਅਸੀਂ ਦੋ ਤਰ੍ਹਾਂ ਕਹਿੰਦੇ, ਜਾਂ ਨਿਓ ਨਾਜ਼ੀ ਕਹਿੰਦੇ, ਜਾਂ ਐਕਸਟ੍ਰੀਮ ਨੈਸ਼ਨਲਿਸਟ ਜਿਹਨੂੰ ਕਹਿੰਦੇ। ਨਿਓ ਨਾਜ਼ੀ ਅਤੇ ਅੱਤ ਦਰਜੇ ਦੇ ਰਾਸ਼ਟਰਵਾਦੀ ਲੋਕ, ਅਤੇ ਉਹਨਾਂ ਨੂੰ ਭੜਕਾਇਆ ਕਿ ਰੂਸੀ ਜਿਹੜੀ ਹੈ ਵਸੋਂ